ਵਾਇਸ ਆਫ ਇੰਡੀਆ ਦਾ ਪ੍ਰੋਗਰਾਮ ਹੈ ਜੀ ਪੰਜਾਬੀ ਸੱਥ। ਤੇ ਸੱਥ ਵਿੱਚ ਬੈਠੇ ਸਾਰਿਆਂ ਭੈਣਾਂ ਭਰਾਵਾਂ ਦਾ, ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਮੈਂ ਤੇ ਬਲ ਸਾਹਿਬ ਹਮੇਸ਼ਾ ਵਾਂਗ ਹਾਜ਼ਰ ਹੋ ਚੁੱਕੇ ਹਾਂ ਜੀ। ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਬਲ ਸਾਹਿਬ ਦਾ ਸਵਾਗਤ ਕਰਨ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਭਾਜੀ ਤੁਹਾਨੂੰ। ਜਿਵੇਂ ਅਕਸਰ ਹੀ ਕਹੀਦਾ ਜੀ, ਸਾਰੇ ਦਰਸ਼ਕਾਂ ਨੂੰ ਸਮੇਂ 'ਚੋਂ ਸਮਾਂ ਕੱਢਦੇ ਆ ਜੀ, ਤੇ ਸਮੇਂ ਦੀ ਅਸੀਂ ਵੀ ਕਦਰ ਕਰਦੇ ਹਾਂ, ਤੁਸੀਂ ਵੀ ਕਰਦੇ ਜੇ। ਤੇ ਕੋਸ਼ਿਸ਼ ਕਰਿਆ ਕਰੋ ਜਿੰਨਾ ਕੁ ਮਾੜਾ ਮੋਟਾ ਪੰਜਾਬੀ ਨੂੰ ਦੇ ਸਕਦੇ ਹਾਂ ਸਮਾਂ ਜ਼ਰੂਰ ਦਈਏ ਜੀ। ਇੱਕ ਥੋੜ੍ਹਾ ਸਮਾਂ ਅੱਜ ਹੋਰ ਕੱਢੋ ਜੀ, ਸਪੈਸ਼ਲ ਮੈਂ ਕਹਿਣਾ ਚਾਹੁੰਦਾ ਤੁਹਾਨੂੰ। ਹਾਂਜੀ ਅਸੀਂ ਤੁਸੀਂ ਸਾਰੇ ਹਾਂਜੀ ਇੱਕ ਚੰਗੀ ਨਰੋਈ ਜ਼ਿੰਦਗੀ ਜਿਉਣ ਵਾਸਤੇ ਆਪਣੇ ਘਰ-ਬਾਰ ਛੱਡ ਕੇ, ਭੈਣ ਭਰਾ ਬਜ਼ੁਰਗ ਮਾਪੇ ਛੱਡ ਕੇ, ਹਾਂਜੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਉੱਥੇ ਇਕੱਲਿਆਂ ਨੂੰ ਮੁਸ਼ਕਲਾਂ ਮਗਰੋਂ ਆਉਂਦੀਆਂ, ਜੀ ਅਸੀਂ ਇੱਥੇ ਆਉਂਦੇ ਹੈਗੇ। ਜੀ ਬਿਨਾਂ ਸ਼ੱਕ ਹੱਡ ਭੰਨਵੀਂ ਮਿਹਨਤ ਕਰਦੇ ਹਾਂ, ਜੀ ਕਮਾਈਆਂ ਕਰਦੇ ਹਾਂ, ਢੇਰ ਲਾ ਦਿੰਦੇ ਡਾਲਰਾਂ ਦਾ, ਜੀ ਮੁੜ ਕੇ ਉਡਾਉਣੇ ਵੀ ਉੱਦਾਂ ਹੀ ਆ। ਜੀ ਪਰ ਨਵੀਂ ਪਨੀਰੀ ਜਿਹੜੀ ਆ ਰਹੀ ਹੈ ਜੀ, ਜੀ ਜੀ ਇਹਦੇ ਲਾਂਭੇ ਬੜੇ ਆਉਂਦੇ ਪਏ ਆ। ਤੁਸੀਂ ਦੇਖੋ ਬਰੈਂਪਟਨ ਦੇ ਇੱਕ ਮਾਲ ਦੇ ਵਿੱਚ ਹਾਂਜੀ ਉੱਥੇ ਕਿਸ ਤਰੀਕੇ ਦੇ ਨਾਲ ਹੋ ਹੱਲਾ ਮਚਿਆ, ਏਦੀ ਸਰੀ ਦੇ ਵਿੱਚ ਇੱਕ ਜਗ੍ਹਾ ਹੋਇਆ। ਹਾਂਜੀ ਇਹ ਕੀ ਸਾਰਾ ਘਟਨਾਵਾਂ ਕਿਉਂ ਵਾਪਰਦੀਆਂ ਜੀ? ਕੀ ਉਹ ਜਵਾਨੀ ਜਿਹੜੀ ਆ ਜਿਹਦੇ ਤੇ ਇਹ ਦੋਸ਼ ਲੱਗਦਾ, ਤੋਹਮਤ ਲੱਗਦੀ ਹੈ? ਬਿਲਕੁਲ ਜੀ। ਮੈਂ ਤੋਹਮਤ ਹੀ ਕਹਿੰਦਾ ਕਿਉਂਕਿ ਅਜੇ ਇਨਵੈਸਟੀਗੇਸ਼ਨ ਹੋ ਰਹੀ ਹੈ ਹਾਂਜੀ ਕਿ ਇਹਦਾ ਪਿਛੋਕੜ ਕੀ ਸੀ, ਕਿਉਂ ਘਟਨਾਵਾਂ ਇੱਦਾਂ ਦੀਆਂ ਵਾਪਰ ਰਹੀਆਂ, ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ, ਇੱਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਪੁਲਿਸ ਵੱਲੋਂ ਵੀ ਅਜੇ ਉਹ ਕਹਿੰਦੇ ਜੀ ਅਸੀਂ ਤਹਿਕੀਕਾਤ ਕਰ ਰਹੇ ਹਾਂ ਜੀ ਠੀਕ ਹੈ ਜੀ। ਉਹ ਤਹਿਕੀਕਾਤ ਦੇ ਕੀ ਛੱਟੇ ਨਿਕਲਣਗੇ ਇਹ ਤਾਂ ਬਾਅਦ ਦੀ ਗੱਲ ਹੈ, ਪਰ ਮੋਟੇ ਤੌਰ ਤੇ ਵੇਖੀਏ ਜੀ ਜਾਂ ਪਹਿਲੀ ਨਜ਼ਰੇ ਕਹਿ ਲਓ, ਉਹ 'ਚ ਲੱਗਦਾ ਵੀ ਸਾਡੇ ਧੀਆਂ ਪੁੱਤਰ ਜਿਹੜੇ ਆ ਉਹ ਇਸ ਵਾਤਾਵਰਨ ਨੂੰ ਸਮਝ ਨਹੀਂ ਸਕੇ, ਇਸ ਮਾਹੌਲ ਨੂੰ, ਇਸ ਦੇਸ਼ ਦੇ ਕਲਚਰ ਨੂੰ ਸਮਝ ਨਹੀਂ ਸਕੇ। ਇੱਥੇ ਜੋ ਕਾਇਦੇ ਕਾਨੂੰਨ ਹੈ ਹਾਂਜੀ ਉਹਨਾਂ ਨੂੰ ਫਾਲੋ ਕਰਨ ਤੋਂ ਨਾਬਰ ਹੋ ਰਹੇ ਆ। ਬਿਲਕੁਲ ਜੀ। ਅਸੀਂ ਕਈ ਵਾਰ ਇਹ ਸੋਚ ਲੈਂਦੇ ਹਾਂ ਕਿ 5 7 10 ਸਾਲ ਜਿੱਥੇ ਅਸੀਂ ਰਹੇ ਹੋਈਏ ਨਾ, ਪਿੰਡ 'ਚ ਰਹੇ ਹੋਈਏ, ਤੇ ਜਦੋਂ ਅਸੀਂ ਸ਼ਹਿਰ 'ਚ ਜਾਂਦੇ ਹਾਂ ਨਾ, ਤੇ ਕਈ ਵਾਰ ਸ਼ਹਿਰ ਦੇ ਲੋਕੀ ਵੀ ਇਹ ਕਹਿੰਦੇ ਆ ਯਾਰ ਇਹ ਪੇਂਡੂ ਆ। ਬਿਲਕੁਲ। ਉਹਨਾਂ ਨੂੰ ਸੁਪਨਾ ਨਹੀਂ ਆਉਂਦਾ ਰਾਤੋਂ ਰਾਤ ਵੀ ਇਹ ਪੇਂਡੂ ਆ। ਨਹੀਂ, ਸਾਡੀਆਂ ਕਰਤੂਤਾਂ ਤੋਂ ਪਤਾ ਲੱਗ ਜਾਂਦਾ। ਕਰਤੂਤਾਂ ਕੁਝ ਗਿਣ ਲਓ, ਕੁਝ ਸਾਡਾ ਲੋਕਾਂ ਨਾਲ ਵਰਤੋਂ ਵਿਹਾਰ, ਬੋਲ ਚਾਲ, ਉਹੀ ਸਾਡਾ ਸਾਰਾ ਸਾਰਾ ਕੁਝ। ਕੁਝ। ਹਾਂਜੀ, ਜਿਹਨੂੰ ਅਸੀਂ ਵਰਤਾਰਾ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਵਤੀਰਾ ਵਰਤਾਰਾ। ਹਾਂਜੀ ਅਸੀਂ 10ਵੀਂ ਕਰਦੇ ਸਾਂ ਤੇ ਇੱਕ ਕਰੈਕਟਰ ਸਰਟੀਫਿਕੇਟ ਦੇ ਦਿੰਦੇ ਸੀ। ਹਾਂਜੀ ਹਾਂਜੀ, ਉਹਦੇ 'ਚ ਸਾਰਾ ਕੁਝ ਲਿਖਿਆ ਹੁੰਦਾ, ਚੰਗਾ ਆ ਵੀ ਚੰਗਾ ਆ ਵੀ ਚੰਗਾ ਹੀ ਲਿਖਦੇ ਸੀ, ਮਾੜਾ ਤੇ ਲਿਖਦੇ ਪੜ੍ਹ ਨਹੀਂ। ਚ ਉਹ ਚਲੋ ਉਹ ਤੇ ਗੱਲ ਹੋਰ ਸੀ ਨਾ। ਲੇਕਿਨ ਇੱਥੇ ਜਿਹੜਾ ਕਰੈਕਟਰ ਸਰਟੀਫਿਕੇਟ ਤੁਹਾਨੂੰ ਮਿਲਣਾ ਆ, ਉਹਦੇ ਤੇ ਤੁਹਾਡੀ ਬਾਕੀ ਦੀ ਜ਼ਿੰਦਗੀ ਬਣਦੀ ਆ। ਬਿਲਕੁਲ ਬਿਲਕੁਲ। ਉਹ ਜਿਹੜਾ ਕਰੈਕਟਰ ਸਰਟੀਫਿਕੇਟ ਦੀ ਤੁਸੀਂ ਗੱਲ ਕਰਦੇ ਸੀ, ਮੈਂ ਉਹਦੀ ਹੀ ਅੱਗੇ ਵਧਾਉਣੀ ਚਾਹੁੰਦਾ ਗੱਲ ਕਿ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ, ਹੁਣ ਇੱਕ ਘਟਨਾ ਦੇਖੋ ਵਾਪਰੀ ਆ ਕਿ ਉਹ ਜੋ ਮੁੰਡੇ ਜਿਹੜੇ ਆ ਜਿਨ੍ਹਾਂ ਤੇ ਇਹ ਦੋਸ਼ ਆ ਕਿ ਉਹ ਉੱਚੀ ਆਵਾਜ਼ ਦੇ ਵਿੱਚ ਆਪਣੇ ਕਾਰਾਂ ਦੇ ਜਿਹੜੇ ਰੇਡੀਓ ਹੈ ਜਾਂ ਰਿਕਾਰਡਰ ਹੈਗੇ, ਟੇਪ ਰਿਕਾਰਡਰ ਹੈਗੇ ਆ, ਉੱਚੀ ਆਵਾਜ਼ ਵਿੱਚ ਲਾ ਕੇ ਤੇ ਗਾਣੇ ਸੁਣਾਉਂਦੇ ਲੋਕਾਂ ਨੂੰ। ਸਾਇਲੈਂਸਰ ਕੱਢ ਕੇ ਵਿੱਚੋਂ ਸਲੈਂਸਰ ਕੱਢ ਕੇ ਉਹ ਸਲੈਂਸਰ ਉਸ ਤਰੀਕੇ ਤੇ ਲਾਉਂਦੇ, ਠੀਕ ਹੈ ਜੀ। ਫਿਰ ਜਿਹੜੇ ਲੰਘਦੇ ਵੜਦੇ ਲੋਕ ਪਰੇਸ਼ਾਨ ਹੁੰਦੇ। ਉੱਥੇ ਇੱਕ ਪੁਲਿਸ ਵਾਲਾ ਰੋਕਣ ਵਾਲਾ ਆ ਗਿਆ, ਉਹਦੇ ਗਲ ਪੈ ਗਏ। ਉਹਨੂੰ ਮਤਲਬ ਹਾਲਤ ਇਹ ਬਣ ਗਈ ਕਿ ਉਹਨੂੰ ਭੱਜ ਕੇ ਜਾਨ ਛੁਡਾਉਣ ਵਾਲੀ ਨੌਬਤ ਆ ਗਈ। ਬਿਲਕੁਲ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਪਈਆਂ, ਕੀ ਅਸੀਂ ਗੈਰ ਜ਼ਿੰਮੇਵਾਰ ਸ਼ਹਿਰੀ ਕਹਾਉਣਾ ਚਾਹੁੰਦੇ ਹਾਂ, ਗੈਰ ਜ਼ਿੰਮੇਵਾਰ ਕੈਨੇਡੀਅਨ ਬਣਨਾ ਚਾਹੁੰਦੇ ਹਾਂ, ਜਾਂ ਕਿ ਅਸੀਂ ਸਾਡੇ ਦੇਖੋ ਪੁਰਖਿਆਂ ਨੇ ਕੁਰਬਾਨੀਆਂ ਦੇ ਕੇ ਇਹ ਸਥਿਤੀ ਬਣਾਈ। ਯਾਦ ਕਰੋ ਕਾਮਾਗਾਟਾ ਮਾਰੂ ਜਹਾਜ਼ ਦੇ ਜਿਹੜੇ ਸਵਾਰ ਸੀਗੇ, ਜਿਨ੍ਹਾਂ ਨੂੰ ਅਸੀਂ ਗਦਰੀ ਬਾਬੇ ਵੀ ਕਹਿੰਦੇ ਹਾਂ, ਉਹਨਾਂ ਨੇ ਕਿਵੇਂ ਇੱਕ ਲੰਬੀ ਲੜਾਈ ਲੜੀ, ਨੰਗੇ ਧੜ ਲੜੀ। ਉਹ ਲੜਾਈ ਲੜ ਕੇ ਉਹਨਾਂ ਨੇ ਸਾਨੂੰ ਇਹ ਇਖਤਿਆਰ ਲੈ ਕੇ ਦਿੱਤਾ ਕਿ ਅਸੀਂ ਇਸ ਧਰਤੀ ਤੇ ਸਾਡਾ ਵੀ ਹੱਕ ਹੈ। ਧਰਤੀ ਤਾਂ ਧਰਤੀ ਹੈ ਨਾ ਜੀ, ਬਿਲਕੁਲ। ਕੋਈ ਵੀ ਕਿਤੇ ਵੀ ਆ ਜਾ ਸਕਦਾ ਹੈਗਾ। ਠੀਕ ਆ, ਸਰਹੱਦਾਂ ਬਣਾਈਆਂ ਹੀ ਆ, ਔਰ ਜਿਹੜੇ ਕਾਬਜ ਹੁੰਦੇ ਆ ਰਾਜ ਸੱਤਾ ਤੇ, ਉਹ ਕਹਿੰਦੇ ਆ ਕੋਈ ਆ ਸਕਦਾ, ਕੋਈ ਨਹੀਂ ਆ ਸਕਦਾ। ਜਾਨਵਰਾਂ ਤੇ ਪੰਛੀਆਂ ਤੇ ਤਾਂ ਕੋਈ ਪਾਬੰਦੀ ਨਹੀਂ ਹੈਗੀ, ਇਨਸਾਨਾਂ ਤੇ ਪਾਬੰਦੀ ਵੀ ਇਨਸਾਨਾਂ ਨੇ ਲਾਈ ਹੈ। ਬਿਲਕੁਲ ਠੀਕ ਹੈ ਜੀ। ਪਰ ਉਹ ਅਖਤਿਆਰ ਸਾਨੂੰ ਲੈ ਕੇ ਦਿੱਤਾ ਜੇ ਅੱਜ ਉਹ ਗੱਲ ਸਾਨੂੰ ਪਚਦੀ ਨਹੀਂ ਪਈ। ਅਸੀਂ ਕਹਿੰਦੇ ਜੀ ਅਸੀਂ ਆ ਗਏ ਇੱਥੇ ਤੇ ਜੋ ਮਰਜ਼ੀ ਕਰੀਏ, ਧਮਾਚੜ ਮਚਾਈਏ ਜਿੱਦਾਂ ਮਰਜ਼ੀ। ਅਸਲ 'ਚ ਭਾਜੀ 2-3 ਪੱਖ ਨੇ ਇਹਦੇ 'ਚ ਜੀ। ਇੱਕ ਤਾਂ ਜਿਹੜੀ ਪਹਿਲੀ ਜਨਰੇਸ਼ਨ ਜਿੰਨੀਆਂ ਵੀ ਆਈਆਂ ਨੇ, ਅਸੀਂ ਇਹ ਗਿਣ ਲਈਏ ਕਿ ਸਟੂਡੈਂਟ ਵੀਜ਼ੇ ਤੋਂ ਪਹਿਲਾਂ,
ਉਹਨਾਂ 'ਚ ਦੋ ਚੀਜ਼ਾਂ ਸੀ। ਇੱਕ ਤੇ ਉਧਰੋਂ ਵਿਚਾਰੇ ਧੱਕੇ ਧੁੱਕੇ ਖਾ ਕੇ ਇੱਧਰ ਉੱਧਰੋਂ ਸੈੱਟ ਹੋ ਕੇ ਕਿਸੇ ਤਰੀਕੇ ਨਾਲ ਪੈਸੇ ਦੇ ਕੇ ਜਾਂ ਕਿਸੇ ਰਿਸ਼ਤੇਦਾਰ ਨੂੰ ਇੱਧਰ ਉੱਧਰੋਂ ਕਰਕੇ ਉਸ ਤਰੀਕੇ ਨਾਲ ਆਏ ਹੁੰਦੇ ਸੀ ਕਿ ਉਹਨਾਂ ਨੂੰ ਪਤਾ ਸੀ ਇੱਧਰ ਆਏ ਆ ਤੇ ਨਾਲ ਉਹਨਾਂ ਦੇ ਪਰਿਵਾਰ ਆਇਆ ਹੁੰਦਾ। ਬਿਲਕੁਲ। ਕਿਉਂਕਿ ਇੱਕ ਤਾਂ ਬੜੀ ਮੋਟੀ ਜੀ ਗੱਲ ਆ ਵੀ ਇੰਡੀਆ 'ਚ ਜੇ ਕਹਿੰਦੇ ਕਿ ਉਹਨਾਂ ਚਿਰ ਮੱਤ ਨਹੀਂ ਆਉਂਦੀ ਜਿੰਨੇ ਚਿਰ ਬੰਦੇ ਨੂੰ ਵਿਆਹ ਨਾ ਕਰ ਦਈਏ। ਕਦੀ ਕਦੀ ਮੈਂ ਕਹਿੰਦਾ ਨਾ ਇਹ ਝੂਠੀ ਗੱਲ ਹੈ, ਵਿਆਹ ਕਰਾ ਕੇ ਵੀ ਲੋਕੀ ਪਾਗਲ ਰਹਿੰਦੇ ਹੀ ਨੇ। ਹਾਂਜੀ ਹਾਂਜੀ, ਇਹ ਨਹੀਂ ਵੱਡੀ ਗੱਲ। ਲੇਕਿਨ ਇੱਕ ਚੀਜ਼ ਬੜੀ ਸਪਸ਼ਟ ਆ ਕਿ ਜੇ ਤੁਹਾਡੇ ਕੋਲ ਪਰਿਵਾਰ ਹੋਏ ਨਾ ਤੁਹਾਡੀ ਜ਼ਿੰਮੇਵਾਰੀ ਵੱਧਦੀ। ਬਿਲਕੁਲ। ਹਾਂ, ਇੱਕ ਐਡੀਸ਼ਨਲ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਯਾਰ ਕੀ ਕਹਿਣਗੇ, ਮੇਰੇ ਸਹੁਰੇ ਕੀ ਕਹਿਣਗੇ, ਮੇਰੇ ਸਾਲੇ ਕੀ ਕਹਿਣਗੇ, ਮੇਰੀ ਵਹੁਟੀ ਕੀ ਕਹੂਗੀ, ਮੇਰੇ ਬੱਚੇ ਕੀ ਕਹਿਣਗੇ। ਜੇ ਬੱਚੇ ਨਾ ਵੀ ਹੁਣ ਤਾਂ ਬੰਦਾ ਇਹ ਸੋਚਦਾ ਮੇਰਾ ਰਿਸ਼ਤੇਦਾਰ ਕੀ ਕਹਿਣਗੇ, ਆਰ ਪਰਿਵਾਰ ਸਾਰਾ। ਪਹਿਲਾ ਪੱਖ ਤੇ ਮੇਰੇ ਹਿਸਾਬ ਨਾਲ ਇਹ ਹੈ, ਕਿਉਂਕਿ ਮੈਂ ਦੋਸ਼ ਨਹੀਂ ਦੇਵਾਂਗਾ ਬੱਚਿਆਂ ਨੂੰ, ਸਟੂਡੈਂਟਾਂ ਨੂੰ। ਮੇਰੇ ਹਿਸਾਬ ਨਾਲ ਪਹਿਲਾ ਪੱਖ ਇਹ ਹੈ ਕਿ ਉਹ ਆਜ਼ਾਦ ਹੁੰਦੇ ਇਹਨਾਂ ਚੀਜ਼ਾਂ ਤੋਂ ਪਹਿਲਾ। ਦੂਜਾ ਪੱਖ ਉਹ ਉਮਰ ਉਹ ਆ ਜਦੋਂ ਮੈਂ ਪਿੱਛੇ ਵੀ ਗੱਲ ਕੀਤੀ ਸੀ ਕਿ ਨਸ਼ਿਆਂ 'ਚ ਵੜਨ ਦੀ, ਕਾਤਲ ਬਣਨ ਦੀ, ਬਦਮਾਸ਼ ਬਣਨ ਦੀ ਇੱਕ ਉਮਰ ਆ ਜਿਹੜੀ ਅਸੀਂ 16 ਸਾਲ ਤੋਂ ਲੈ ਕੇ ਲਗਭਗ 28 ਸਾਲ ਤੱਕ ਗਿਣੀ, 30 ਸਾਲ ਤੱਕ ਲਾ ਲਓ ਨਾ ਵੀ ਨਸ਼ਿਆਂ 'ਚ ਜਾਣ ਤੇ ਇੱਕ ਧੌਂਸ ਜੀ ਜਮਾਉਣ ਦੀ ਗੱਲ, ਉਹ ਸਾਰਾ ਕੁਝ ਵਿੱਚ ਆ। ਫੁਕਰਪੁਣੇ ਵਾਲੀ ਗੱਲ, ਫੁਕਰਪੁਣੇ ਵਾਲੀ, ਕਾਤਲ ਵਾਲੀ, ਕਿਸੇ ਵੀ ਤਰ੍ਹਾਂ। ਕਿਉਂਕਿ ਇਹ ਉਹ ਪੀਰੀਅਡ ਹੁੰਦਾ ਜਿਹਦੇ 'ਚ ਤੁਸੀਂ ਕਿਸੇ ਪਾਸੇ ਵੀ ਮੋਲਡ ਹੋ ਸਕਦੇ। ਅਸੀਂ ਕਹਿੰਦੇ ਆ ਨਾ ਨੋ ਨੌਲੇਜ ਵਿਦਆਊਟ ਕਾਲਜ। ਉੱਥੇ ਕਾਲਜ ਦੀ ਵੈਲਿਊ ਨਹੀਂ, ਕਿ ਉਹ ਉਮਰ ਇਹੋ ਜਿਹੀ ਹੁੰਦੀ ਹੈ ਕਿ 15-16 ਤੋਂ ਬਾਅਦ ਬੰਦਾ ਕਾਲਜ 'ਚ ਜਾਂਦਾ। ਤੇ ਕਾਲਜ 'ਚ ਜਾ ਕੇ ਉਦੋਂ ਤੁਹਾਡਾ ਦਿਮਾਗ ਇੰਨਾ ਸ਼ਾਰਪ ਹੁੰਦਾ, ਤੁਸੀਂ ਜੋ ਕੁਝ ਵੀ ਸੁਣਦੇ ਤਕਰੀਬਨ ਸਿੱਖ ਲੈਂਦੇ ਜੀ। ਬਿਲਕੁਲ। ਗੇਮਾਂ 'ਚ ਵੀ ਜਿੰਨੇ ਜਾਂਦੇ ਨੇ ਸਵਾਏ ਇੱਕ ਜਿਮਨਾਸਟਿਕ ਛੱਡ ਕੇ। ਅਸੀਂ ਗਿਣਦੇ ਕਿ ਬੰਦਾ ਮਿਹਨਤ ਕਰਦਾ ਰਹੇ ਤਾਂ 15-16 ਤੋਂ ਬਾਅਦ 17 ਸਾਲ ਤੋਂ ਬਾਅਦ ਉਹ ਓਲੰਪਿਕ 'ਚ ਜਾਂ ਹੋਰ ਕਿਤੇ, ਜਦ ਕਿ ਜਿਮਨਾਸਟਿਕ 'ਚ 9-10-11 ਸਾਲ ਤੋਂ ਬਾਅਦ ਉਹ, ਕਿਉਂਕਿ ਲਚਕ ਵੱਧਦੀ ਹੈ। ਤੇ ਉਸ ਹਿਸਾਬ ਨਾਲ ਸੇਮ ਚੀਜ਼ ਮੇਰੇ ਹਿਸਾਬ ਨਾਲ ਇੱਧਰ ਆ ਕੇ ਇਹ ਹੁੰਦੀ ਆ ਕਿ ਇੱਕ ਤੇ ਇਹ ਘਾਟ ਸਭ ਤੋਂ ਵੱਡੀ ਕਿ ਸਾਨੂੰ ਇੱਧਰ ਦੇ ਮਾਹੌਲ ਦਾ ਨਹੀਂ ਪਤਾ ਹੁੰਦਾ। ਦੂਸਰੀ ਸਾਡੇ ਅੰਦਰ ਇੱਕ ਉਹ ਗੱਲ ਬੈਠੀ ਹੁੰਦੀ ਕਿ ਮੈਂ ਜੈਲਦਾਰਾਂ ਦਾ ਮੁੰਡਾ, ਮੈਂ ਨੰਬਰਦਾਰਾਂ ਦਾ ਮੁੰਡਾ, ਮੈਂ ਸਰਪੰਚਾਂ ਦਾ ਮੁੰਡਾ, ਮੈਂ ਜਥੇਦਾਰਾਂ ਦਾ ਮੁੰਡਾ, ਮੈਂ ਵੱਡੇ ਪੰਡਤਾਂ ਦਾ ਮੁੰਡਾ, ਮੈਂ ਮਹਾਂਗਿਆਨੀਆਂ ਦਾ ਮੁੰਡਾ। ਉਹ ਚੀਜ਼ਾਂ ਇੱਕ ਸਾਡੇ ਅੰਦਰ ਜਿਹੜੀਆਂ ਬਹਿ ਜਾਂਦੀਆਂ, ਜਦ ਕਿ ਇੱਕ ਦੁਨੀਆ ਦੀ ਅਟਲ ਸੱਚਾਈ ਹੈ ਜੀ, ਦੇਸ਼ ਪਰਾਇਆ, ਦੇਸ਼ ਜਿਹਨੂੰ ਕਹਿੰਦੇ ਵਿਦੇਸ਼ ਕਹਿ ਦਿੰਦੇ, ਵਿਦੇਸ਼ ਕਹਿ ਲਓ ਜਾਂ ਪਰਾਇਆ, ਤੇ ਕਮਾ ਕੇ ਖਾਇਆ। ਕਿਉਂਕਿ ਇਹਨਾਂ ਮੁਲਕਾਂ 'ਚ ਆ ਕੇ ਤੁਹਾਨੂੰ ਕਮਾ ਕੇ ਖਾਣਾ ਪੈਣਾ। ਜੇ ਨਹੀਂ ਮੰਨ ਲਓ ਤੁਹਾਨੂੰ ਮਗਰੋਂ ਸਪੋਰਟ ਵੀ ਆਉਂਦੀ, ਇਹਨਾਂ ਮੁਲਕਾਂ 'ਚ ਆ ਕੇ ਜਿੱਦਣ ਤੁਸੀਂ ਗਲਤ ਕੰਮ ਕਰ ਲਿਆ ਉਦੋਂ ਹੀ ਆਣਗੇ। ਬਿਲਕੁਲ ਬਿਲਕੁਲ। ਕਿਉਂਕਿ 1 ਲੱਖ ਤੇ 35 ਕਰੋੜ ਦੀ ਆਬਾਦੀ 'ਚੋਂ ਬੰਦਾ ਲੱਭਣਾ ਉਹ ਗੱਲ ਆ ਵੀ ਜਿਸ ਤਰ੍ਹਾਂ ਕਹਿੰਦੇ ਨਾ ਵੀ ਵੱਡੀ ਹਰੀ ਤੂੜੀ ਦੇ ਢੇਰ ਤੋਂ ਸੂਈ ਲੱਭਣ ਵਾਲੀ ਗੱਲ ਹੈ। ਉੱਥੇ ਚੱਲ ਜਾਂਦਾ। ਬਿਲਕੁਲ। ਉੱਥੇ ਹਰ ਚੀਜ਼ ਚੱਲਦੀ ਹੈ। ਇੱਕ ਆਪਾਂ ਬੜੇ ਵੱਡਾ ਤੱਤ ਫੜਿਆ ਜੀ, ਇਸੇ ਦੁੱਖੋਂ ਦੇ ਪੰਜਾਬੋਂ ਆਏ ਸਨ। ਇਸੇ ਦੁੱਖੋਂ ਦੇ ਪੰਜਾਬੋਂ ਆਏ ਸਨ, ਉਹ ਕੁਝ ਇੱਥੇ ਸ਼ੁਰੂ ਕਰਤਾ। ਬਿਲਕੁਲ। ਉਹਦੇ ਵਿੱਚ ਸਭ ਤੋਂ ਵੱਡੀ ਘਾਟ ਪਤਾ ਕੀ ਆ? ਪੰਜਾਬ ਦੀ ਜੇਕਰ ਆਬਾਦੀ ਕੈਨੇਡਾ ਜਿੰਨੀ ਆ ਲਗਭਗ, ਹਾਂਜੀ, ਥੋੜਾ ਬਹੁਤ 19-21 ਦਾ ਫਰਕ ਹੋਊ, 1% ਹੀ ਗੰਦੇ ਲੋਕ ਉੱਥੇ ਨੇ। ਇੱਥੇ ਅੱਜ ਦੀ ਡੇਟ 'ਚ ਉਹਨਾਂ ਨੇ ਕੈਲਕੂਲੇਟ ਕੀਤੇ ਕਿ 2-3% ਹੀ ਹੋ ਗਏ ਆ। ਕਿਉਂਕਿ ਇੱਥੇ ਇਕੱਲੇ ਪੰਜਾਬੀ ਅਸੀਂ ਕਮਿਊਨਿਟੀ ਨਹੀਂ, ਹੋਰ ਵੀ ਆ ਦੂਜੀਆਂ ਵੀ ਕਮਿਊਨਿਟੀਆਂ, ਉਹਨਾਂ ਵਿੱਚ ਵੀ ਬਦਮਾਸ਼ ਨੇ, ਉਹਨਾਂ ਵਿੱਚ ਵੀ ਗੁੰਡਾਗਰਦੀ ਆ, ਉਹਨਾਂ ਵਿੱਚ ਵੀ ਕਤਲ ਹੁੰਦੇ ਨੇ, ਉਹਨਾਂ ਵਿੱਚ ਵੀ ਲੜਾਈਆਂ ਹੁੰਦੀਆਂ ਨੇ, ਉਹਨਾਂ ਵਿੱਚ ਵੀ ਨਸ਼ੇੜੀ ਨੇ, ਉਹਨਾਂ ਵਿੱਚ ਵੀ ਨਸ਼ੇ ਵੇਚਣ ਵਾਲੇ ਨੇ, ਉਹਨਾਂ ਵਿੱਚ ਵੀ ਗਲਤ ਕੰਮ ਕਰਨ ਵਾਲੇ ਨੇ। ਲੇਕਿਨ ਮੈਨੂੰ ਕਈ ਨਾ ਬੜੀ ਹੈਰਾਨੀ ਹੁੰਦੀ ਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਕੋਲ ਜੋ ਸੁਣਿਆ, ਜੋ ਕੀਤਾ, ਉਹ ਕਹਿੰਦੇ ਜੀ ਕੈਸ਼ ਤੇ ਕੰਮ ਕਰਨਾ ਪੰਜਾਬੀਆਂ ਸ਼ੁਰੂ ਕੀਤਾ ਇੱਥੇ ਆ ਕੇ। ਇੱਕ ਨਵਾਂ ਮਾਰਕਾ ਮਾਰਤਾ, ਨਵਾਂ ਮਾਰਕਾ। ਵੇਖੋ ਦੂਜੀ ਗੱਲ, ਰਿਸ਼ਤੇਦਾਰੀਆਂ ਵੇਚਣੀਆਂ ਇੱਥੇ ਪੰਜਾਬੀਆਂ ਸ਼ੁਰੂ ਕੀਤੀਆਂ ਵੀ ਫਲਾਣਾ ਮੇਰਾ ਰਿਸ਼ਤੇਦਾਰ ਆ, ਉਹਨੂੰ 10 ਲੱਖ ਤੋਂ 20 ਲੱਖ। ਨਹੀਂ ਜੀ, ਅਖਬਾਰਾਂ 'ਚ ਇਸ਼ਤਿਹਾਰ ਆਉਂਦੇ ਆ ਰਿਸ਼ਤੇ ਲਈ, ਉਹੀ ਸੰਪਰਕ ਕਰੇ ਜਿਹੜਾ ਸਾਡੇ ਫਲਾਣੇ ਨੂੰ ਸਪਾਂਸਰ ਕਰ ਸਕਦਾ, ਉਹਨੂੰ ਬੁਲਾ ਸਕਦਾ। ਉਹ ਤੇ ਚਲੋ ਰਿਸ਼ਤਾ ਹੋ ਗਿਆ ਨਾ ਜੀ, 30 ਲੱਖ ਲਿਆ, 40 ਲੱਖ ਲਿਆ, 50 ਲੱਖ ਲਿਆ, 40 ਲੱਖ। ਨਹੀਂ, ਇਹ ਵੀ ਹੈਗਾ, ਲੜਕੀ ਦੇ ਇੰਨੇ ਬੈਂਡ ਹੁਣ ਖਰਚਾ ਜਿਹੜਾ ਮੁੰਡੇ ਵਾਲੇ ਕਰਦੇ, ਮੁੰਡੇ ਵਾਲੇ ਕਰਨਗੇ, ਇਹ ਵੀ ਆ ਗਿਆ। ਫਿਰ ਇੱਕ ਮੈਂ ਬੰਦੇ ਕੋਲ ਹੋਰ ਗੱਲ ਸੁਣੀ ਜੀ, ਕਹਿੰਦਾ ਜੀ ਜਿੰਨੇ ਕਾਰੋਬਾਰ ਅਸਾਂ ਪੰਜਾਬੀਆਂ ਫੜੇ ਨਾ, ਜੇ ਇੱਥੇ ਸੀ ਨਾ ਤੇ ਉਹ ਇੱਥੇ ਨਹੀਂ ਗਏ, ਇੱਥੇ ਆਏ, ਚਾਹੇ ਉਹ ਟਰੱਕਿੰਗ ਆ, ਚਾਹੇ ਉਹ ਟੈਕਸੀ ਆ। ਕਹਿੰਦੇ ਕਿ ਸਾਡੇ ਤੋਂ ਪਹਿਲਾਂ ਟੈਕਸੀ 400 ਲੱਖ ਦੇ ਵਿਕਦੀ ਹੁੰਦੀ ਸੀ, ਅੱਜ ਕੋਲ 1.5 ਲੱਖ ਦੇ ਕੇ ਨਹੀਂ ਰਾਜੀ। ਬਿਲਕੁਲ। ਜਦ ਕਿ ਮਹਿੰਗਾਈ ਵਧੀ ਆ। ਟਰੱਕਿੰਗ ਦੀ ਇੰਡਸਟਰੀ 'ਚ ਕਹਿੰਦੇ ਕਿਸੇ ਟਾਈਮ ਇੱਕ ਰੇਟ ਫਿਕਸ ਸੀਗੇ, ਫਿਕਸ ਰੇਟ ਸੀ, ਉਹ ਤੋਂ ਥੱਲੇ ਉੱਤੇ ਕੁਝ ਨਹੀਂ ਹੁੰਦਾ। ਹੁਣ ਉਹ ਕਹਿੰਦੇ ਕਿ ਨਹੀਂ ਜੀ ਫਲਾਣਾ ਆ ਦਿੰਦਾ, ਦੂਜਾ ਆ ਦਿੰਦਾ, ਤੀਜਾ ਆ ਦਿੰਦਾ, ਰੇਟ ਘਟ ਗਏ। ਫੈਂਸਿੰਗ ਤੋਂ ਲੈ ਕੇ ਮੈਂ ਹੈਰਾਨ ਸਾਂ, ਕੰਸਟਰਕਸ਼ਨ ਦੀ ਸਾਰੇ ਕੰਮਾਂ 'ਚ ਕੈਸ਼। ਇਹ ਹੁਣ ਐਡਾ ਵੱਡਾ ਜਦੋਂ ਚੂਨਾ ਕਿਸੇ ਦੇਸ਼ ਨੂੰ ਲੱਗੇਗਾ,
ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਪੰਜਾਬ ਕਿਹੜੇ ਤਰੀਕੇ ਨਾਲ, ਇੰਡੀਆ ਕਿਹੜੇ ਤਰੀਕੇ ਨਾਲ ਸਰਵਾਈਵ ਕੀਤਾ। ਜਿੱਥੇ ਇੰਨਾ ਚੂਨਾ ਲੱਗਦਾ ਉਹ ਚੂਨੇ ਅਸੀਂ ਇੱਥੇ ਸ਼ੁਰੂ, ਹੁਣ ਆਪਾਂ ਤੇ ਦੂਜੀਆਂ ਕਮਿਊਨਿਟੀਆਂ ਨੂੰ ਵੀ ਸਿਖਾਤਾ ਵੀ ਕੈਸ਼ ਤੇ ਕੰਮ ਕਰੋ। ਬਿਲਕੁਲ ਅਸੀਂ ਸਿਖਾਇਆ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਕੋਈ ਮੱਤ ਮੁੱਤ ਦਿਓ ਜੀ, ਕੋਫਤਾ ਕੁਛ ਨਹੀਂ, ਮੱਤ ਆਪਾਂ ਕੁਛ ਨਹੀਂ ਦੇ ਸਕਦੇ ਜੀ ਕਿ ਬਾਬਾ ਜੀ ਨੇ ਵੀ ਇਹ ਗੱਲ ਤੇ ਕਹੀ ਆ ਵੀ ਮੈਂ ਮੂਰਖ ਆ, ਮੇਰੀ ਮੱਤ ਨਾ ਹੈ ਤੇ ਨਾ ਮੈਂ ਦੇ ਸਕਦਾ। ਪਰ ਇੱਕ ਗੱਲ ਦੁਨੀਆ ਦੀ ਜਿਹੜੀ ਸੱਚਾਈ ਆ ਅਟੱਲ ਜੀ, ਕਿ ਅਸੀਂ ਇੱਥੇ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਆਏ ਸਾਂ, ਜਦ ਕਿ ਜ਼ਿੰਦਗੀ ਕਿਤੇ ਵੀ ਬਿਹਤਰ ਨਹੀਂ ਹੁੰਦੀ। ਜਿਹੜੇ ਚੰਗੇ ਨੇ ਚਲੋ ਇੱਥੇ ਬਿਹਤਰ ਦਾ ਮਤਲਬ ਇਹ ਹੁੰਦਾ ਜੀ ਵੀ ਤੁਹਾਨੂੰ ਉਸ ਤਰੀਕੇ ਦੀ ਅਪਰਚੁਨਿਟੀ ਮਿਲਦੀ ਹੈ। ਹਾਂ ਬਿਲਕੁਲ, ਅਪਰਚੁਨਿਟੀ ਜਿਹੜੀ ਮਿਲੀ ਆ ਉਹ ਜੇ ਅਸੀਂ ਇਹੀ ਸੋਚਦੇ ਕਿ ਜ਼ਿੰਦਗੀ ਬਿਹਤਰ ਕਰਨ ਵਾਸਤੇ ਆਏ ਆ ਤੇ ਅਪਰਚੁਨਿਟੀ ਜਿਹੜੀ ਮਿਲੀ ਆ ਉਹਨੂੰ ਫਿਰ ਅਪਰਚੁਨਿਟੀ ਨੂੰ ਪ੍ਰੋਪਰ ਯੂਟਿਲਾਈਜੇਸ਼ਨ ਹੋਣੀ ਚਾਹੀਦੀ ਉਹਦੀ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਅਪਰਚੁਨਿਟੀ ਤੁਹਾਨੂੰ ਦੇਤੀ ਤੇ ਕਰੋ ਤੁਸੀਂ ਮਨਮਰਜ਼ੀਆਂ। ਬਿਲਕੁਲ ਜੀ ਬਿਲਕੁਲ। ਵੇਖੋ ਜਿਹੜੇ ਇਹਦੀ ਅਪਰਚੁਨਿਟੀ ਜਿਹਨੇ ਅਵੇਲ ਕਰਨੀ ਆ ਜੀ, ਉਹ ਪੰਜਾਬ 'ਚ ਵੀ ਕਰਦਾ, ਉਹਨੂੰ ਸਰਕਾਰੀ ਨੌਕਰੀ ਵੀ ਮਿਲਦੀ ਆ, ਉਹਨੂੰ ਪ੍ਰਾਈਵੇਟ ਵੀ ਮਿਲਦੀ ਆ, ਉਹ ਬਿਜ਼ਨਸ ਵੀ ਕਰਦਾ, ਉਹ ਦੁਕਾਨਦਾਰੀ ਵੀ ਕਰਦਾ, ਉਹ ਸਭ ਕੁਝ ਕਰਦਾ, ਉਹ ਰੋਟੀ ਉੱਥੇ ਵੀ ਸੌਖੀ ਖਾਂਦਾ। ਜਿਹਨੇ ਨਹੀਂ ਅਵੇਲ ਕਰਨੀ, ਉਹਨੇ ਉੱਥੇ ਨਹੀਂ ਅਵੇਲ ਕੀਤੀ, ਉਹਨੇ ਇੱਥੇ ਵੀ ਨਹੀਂ ਕਰਨੀ। ਨਹੀਂ, ਪਰ ਤੁਸੀਂ ਦੇਖੋ ਇੱਥੇ ਆ ਕੇ ਬਹੁਤ ਸਾਰੇ ਲੋਕਾਂ ਨੇ ਬਾਲ ਸਾਹਿਬ ਆਪਣੇ ਕਾਰੋਬਾਰਾਂ ਨੂੰ ਮਿਹਨਤ ਮੁਸ਼ੱਕਤ ਦੇ ਨਾਲ ਬਹੁਤ ਬੁਲੰਦੀਆਂ ਤੇ ਪਹੁੰਚਾਇਆ ਔਰ ਨਾਮ ਨਾ ਖੱਟਿਆ। ਔਰ ਉਹਨਾਂ ਦੇ ਨਾਂ ਜਿਹੜੇ ਆ ਜਦੋਂ ਕਿਤੇ ਮਾਣ ਨਾ ਲੈ ਜਾਂਦੇ ਕਮਿਊਨਿਟੀ ਦੇ ਵਿੱਚ ਤੇ ਸੀਨਾ ਚੌੜਾ ਹੁੰਦਾ ਕਿ ਸਾਡਾ ਬੰਦਾ ਸੀ ਜੀ, ਉਹਨੇ ਇਹ ਪ੍ਰਾਪਤੀ ਕੀਤੀ ਉੱਥੇ। ਇਸ ਤਰੀਕੇ ਦੀ ਗੱਲ, ਉਹੀ ਤਾਂ ਗੱਲ ਮੈਂ ਕਰ ਰਿਹਾ ਵੀ ਜਿਹਨੇ ਕਰਨੀ ਉਹਨੇ ਉੱਥੇ ਵੀ ਕਰਨੀ ਆ, ਉਹਨੇ ਇੱਥੇ ਵੀ ਕਰ ਲੈਣੀ। ਜਿਹਨੇ ਨਹੀਂ ਕਰਨੀ ਉਹਨੇ ਉੱਥੇ ਵੀ ਨਹੀਂ ਕਰਨੀ। ਅਸੀਂ ਉੱਥੋਂ ਧੱਕਦੇ ਨੇ ਵੀ ਚੱਲ ਤੂੰ ਕੱਖ ਨਹੀਂ ਕਰਦਾ ਚੱਲ ਬਾਹਰ। ਜਿਹੜਾ ਕੱਖ ਨਹੀਂ ਕਰਦਾ ਚੱਲ ਬਾਹਰ ਵਾਲਾ ਨਾ, ਉਹਨੇ ਇੱਥੇ ਆ ਕੇ ਵੀ ਕੱਖ ਨਹੀਂ ਕਰਨਾ। ਉਹਨੇ ਜਾਂ ਉਹਨੇ ਫਿਰ ਉਹ ਕੁਛ ਹੀ ਕਰਨਾ ਜਿਹੜਾ ਕੀਤਾ ਹੁਣ ਆਪਣੇ ਜਿਹਦਾ ਜ਼ਿਕਰ ਕਰ ਰਹੇ। ਜਿੰਨੇ ਬੰਦੇ ਹੇਰਾ ਫੇਰੀਆਂ ਨਾਲ ਬਿਜ਼ਨਸ ਉਸਤੇ ਕਰਦੇ ਰਹੇ ਆ, ਇੱਧਰ ਮਾਈਗ੍ਰੇਟ ਹੋਏ ਨਾ, ਇੱਧਰ ਆ ਕੇ ਸਾਰੇ ਹੇਰਾ ਫੇਰੀਆਂ ਨਾਲ ਬਿਜ਼ਨਸ ਕੀਤੇ ਕਰਦੇ ਆ ਜੀ। ਬਿਲਕੁਲ ਸ਼ਰੇਆਮ ਕਰਦੇ, ਇਹ 'ਚ ਕੋਈ ਸ਼ੱਕ ਨਹੀਂ। ਬੇਈਮਾਨ ਸਿਆਣਿਆਂ ਦੇ ਬੇਈਮਾਨ ਗੁਰੂ ਘਰ ਬਹਿ ਜੇ ਜਾਂ ਮੰਦਰੇ ਬਹਿ ਜੇ, ਮਸਜਿਦ ਬਹਿ ਜੇ, ਉਹਨੇ ਬੇਈਮਾਨੀ ਨਹੀਂ ਛੱਡਣੀ। ਨਾ ਮੁੱਲਾ ਛੱਡ ਸਕਦਾ, ਨਾ ਗੁਰੂ ਪਾਠੀ ਛੱਡ ਸਕਦੇ ਆ, ਨਾ ਪੰਡਤ ਛੱਡ ਸਕਦੇ। ਮੈਂ ਵੈਸੇ ਇਹਨੂੰ ਕਾਰੋਬਾਰ ਤੱਕ ਸੀਮਤ ਰੱਖਣਾ ਚਾਹੁੰਦਾ ਸੀ, ਤੁਸੀਂ ਗਾਂਹ ਵੱਧ ਗਏ। ਨਹੀਂ, ਹੁਣ ਮੈਂ ਤੁਹਾਨੂੰ ਗੱਲ ਦੱਸਣੀ ਸੀਗੀ ਤੇ ਮੈਂ ਉਹ ਤੁਹਾਨੂੰ ਦੱਸਾਂ ਵੀ ਇਹ ਕਿਤੇ ਵੀ ਰਹਿ ਸਕਦਾ, ਕੁਝ ਵੀ ਕਰ ਸਕਦੇ। ਬਾਕੀ ਇਮਾਨਦਾਰੀ ਜਿਹੜੀ ਹੈ ਨਾ, ਉਹ ਤੇ ਜਿੰਦਾਬਾਦ। ਇਮਾਨਦਾਰੀ ਵਾਲੀ ਗੱਲ ਇਹ ਹੈ ਕਿ ਜ਼ਿੰਦਗੀ ਸੁਧਾਰਨ ਲਈ ਪਰਦੇਸੀ ਹੋਏ ਤੇ ਮਾਰਨ ਲਈ ਕਈ ਮੱਲਾਂ, ਕਿਉਂਕਿ ਸਾਨੂੰ ਹੁੰਦਾ ਉੱਥੇ ਜਾ ਕੇ ਆਹ ਕਰਾਂਗੇ, ਉੱਥੇ ਜਾ ਕੇ ਜੇ ਕਰਾਂਗੇ। ਚਲੋ ਉਹ ਤਾਂ ਬਾਕੀ ਰੱਬ ਦੀ ਕਿਰਪਾ ਹੈ, ਕਿਹਨੂੰ ਕੀ ਦੇਣਾ ਉਹਨੂੰ ਪਤਾ। ਆਪਾਂ ਜ਼ਿੰਦਗੀ ਸੁਧਾਰ ਲਈ, ਕਿਉਂਕਿ ਅਸੀਂ ਇੱਕੋ ਗੱਲ ਉੱਥੇ ਕਹਿੰਦੇ ਆ, ਲੈ ਆਪਾਂ ਤੇ ਸਵਰਗ ਚੱਲੇ ਆ। ਪਤਾ ਵੀ ਇੱਥੇ ਆ ਕੇ ਸਵਰਗਵਾਸੀ ਵੀ ਇੱਥੇ ਆ ਕੇ ਹੋਣਗੇ ਸਵਰਗ, ਕਿਉਂਕਿ ਸਵਰਗ 'ਚ ਜਾਓਗੇ ਸਵਰਗਵਾਸੀ ਹੋ ਗਏ, ਨਰਕ 'ਚ ਜਾਓਗੇ ਨਰਕਵਾਸੀ ਹੋ ਗਏ। ਜ਼ਿੰਦਗੀ ਸੁਧਾਰਨ ਲਈ ਹੋਏ ਪਰਦੇਸੀ, ਮਾਰਨ ਲਈ ਕੀ ਮੱਲਾਂ, ਬੇਈਮਾਨੀ, ਚੋਰੀ, ਹੰਕਾਰ ਤੇ ਝਗੜੇ। ਉਹੀ ਚਵਲਾਂ ਉਹੀ ਗੱਲਾਂ। ਬਿਲਕੁਲ ਠੀਕ ਹੈ। ਇੱਕ ਵੀ ਚੀਜ਼ ਮੈਨੂੰ ਦੱਸ ਦਿਓ ਜੇ ਆਪਾਂ ਛੱਡੀ ਆ ਤੇ ਸਾਰਾ ਕੁਝ ਉਹੀ, ਸਾਰਾ ਬੇਈਮਾਨੀ, ਚੋਰੀ, ਹੰਕਾਰ ਤੇ ਝਗੜੇ। ਉਹ ਮੈਨੂੰ ਨਹੀਂ ਕਮਾਉਂਦਾ, ਮੈਂ ਕਿਸੇ ਨੂੰ ਵੀ ਨਹੀਂ ਕਮਾਉਂਦਾ। ਪਹਿਲੀ ਗੱਲ ਤਾਂ ਸਾਡੀ ਕਮਿਊਨਿਟੀ 'ਚ ਇੱਕ ਬੜੀ ਵੱਡੀ ਪ੍ਰੋਬਲਮ ਆ ਗਈ। ਮੈਂ ਥੋੜੇ ਜਿਹੇ ਸਮੇਂ ਤੋਂ ਮੈਂ ਖੁਦ ਮਹਿਸੂਸ ਕੀਤੀ, ਵੇਖੀ ਵੀ ਆ। ਤੁਸੀਂ ਡਾਕਟਰ ਜੇ, ਤੁਸੀਂ ਇੰਜੀਨੀਅਰ ਜੇ, ਤੁਹਾਨੂੰ ਜੇ ਆਪਣੇ ਬੰਦਿਆਂ ਨਾਲ ਲੋੜ ਹੈ, ਜੇ ਤੁਸੀਂ ਕਲੀਨਿਕ ਤੁਹਾਡਾ ਉੱਥੇ ਹੈ ਤੇ ਤੁਸੀਂ ਉਹਨਾਂ ਨੂੰ ਕਮਾਉਂਦੇ ਬੁਲਾਉਂਦੇ ਨਹੀਂ, ਤੁਹਾਡਾ ਲਿੰਕ ਕੋਈ ਨਹੀਂ ਉਹਨਾਂ ਨਾਲ। ਤੁਸੀਂ 100 'ਚ ਕਿਤੇ ਦੂਰ ਰਹੋਗੇ ਜਾਂ ਸਿਟੀ 'ਚੋਂ ਬਾਹਰ ਕਿਤੇ ਰਹਿਣਾ ਸ਼ੁਰੂ ਕਰ ਦੋਗੇ। ਜਿਹੜਾ ਟਰੱਕ ਚਲਾਉਂਦਾ ਟੈਕਸੀ ਵਾਲੇ ਨੂੰ ਇਨਫੀਰੀਅਰ ਗਿਣਦਾ, ਇਹ ਕੀ ਕਰਦਾ? ਟੈਕਸੀ ਵਾਲਾ ਬੱਸ ਵਾਲੇ ਨੂੰ ਇਨਫੀਰੀਅਰ ਗਿਣਦਾ ਵੀ ਯਾਰ ਇਹ ਕਿਹੜੇ ਪਾਏ ਬੜੇ। ਬੱਸ ਵਾਲਾ ਸਿਕਿਉਰਿਟੀ ਵਾਲੇ ਨੂੰ ਕਹੀ ਜਾਂਦਾ ਇਨਫੀਰੀਅਰ, ਸਿਕਿਉਰਿਟੀ ਵਾਲਾ ਉਹਨੂੰ ਦੂਜੇ ਨੂੰ ਕਹੀ ਜਾਂਦਾ। ਮੈਂ ਤੁਹਾਨੂੰ ਇੱਕ ਆਪਣੀ ਮੈਂਟੈਲਿਟੀ, ਇਹ ਹਿਊਮਨ ਨੇਚਰ ਹੈ। ਹਿਊਮਨ ਨੇਚਰ ਨਹੀਂ ਜੀ, ਹਿਊਮਨ ਨੇਚਰ ਇਹ ਹੈ ਕਿ ਦੂਸਰੇ ਨੂੰ ਅਸੀਂ ਕੀੜੇ ਮਕੌੜੇ ਸਮਝਦੇ, ਆਪਣੇ ਆਪ ਨੂੰ ਬੜੇ ਵਧੀਆ ਸਮਝ ਪਟੇ ਖਾਂ ਸਮਝਦੇ। ਜਿਹਦੀ ਜੇਬ 'ਚ 4 ਪੈਸੇ ਸੀ ਉਹ ਕਹਿੰਦਾ ਮੇਰੇ ਨਾਲੋਂ ਦੁਨੀਆ 'ਚ ਉਹ ਤਾਂ ਇਦਾਂ ਹੀ ਹੁੰਦੀ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਬਸ। ਪਰ ਗੋਰਿਆਂ 'ਚ ਇਹਦੇ ਤੋਂ ਉਲਟਿਆ। ਹਾਂ, ਸਾਨੂੰ ਉਹਨਾਂ ਤੋਂ ਸਿੱਖਣ ਦੀ, ਜੇ ਅਸੀਂ ਉਹੀ ਗੱਲ ਮੈਂ ਕਰਦਾ ਨਾ ਜੀ, ਜੇ ਅਸੀਂ ਪਰਾਈ ਥਾਂ ਤੇ ਜਿਹਨੂੰ ਅਸੀਂ ਕਹਿੰਦੇ ਅਸੀਂ ਵਿਦੇਸ਼ ਆ ਗਏ, ਅਸੀਂ ਕਮਾਈ ਲਈ ਆ ਗਏ, ਅਸੀਂ ਆਪਣੀ ਜ਼ਿੰਦਗੀ ਸੁਧਾਰਨ ਲਈ ਆ ਗਏ, ਇਹ ਅਪਰਚੁਨਿਟੀ ਲੈਣ ਲਈ ਆ ਗਏ, ਤੇ ਫਿਰ ਉਹ ਜਿਹੜਾ ਬਾਕੀ ਲੋਕ ਉੱਥੇ ਰਹਿੰਦੇ ਆ, ਉਹਨਾਂ ਤੋਂ ਚੰਗੀਆਂ ਗੱਲਾਂ, ਉਹਨਾਂ ਤੋਂ ਚੰਗੀਆਂ ਹੀ ਗੱਲਾਂ ਸਿੱਖਣ ਦੀ ਲੋੜ ਹੈ। ਜਿਹੜੀਆਂ ਉਹਨਾਂ ਦੀਆਂ ਮਾੜੀਆਂ ਉਹ ਛੱਡ ਲਓ। ਬਿਲਕੁਲ ਜੀ। ਉਹਨਾਂ ਨਾਲ ਹੋਵੇ ਵੀ ਕੋਈ ਬਦਮਾਸ਼ ਸੀਗੇ ਜੀ, ਉਹ ਕਿਸੇ ਸ਼ਰੀਫ ਦੇ ਪਿੰਡ 'ਚ ਵਿਆਹੇ ਗਏ। ਹੁਣ ਉਹਨਾਂ ਨੇ ਆਏ 10-20 ਫੈਰ ਕੱਢੇ ਤੇ ਉਦੋਂ ਬਾਅਦ ਉਹਨਾਂ ਨੇ ਜਦੋਂ ਬਾਅਦ 'ਚ ਜਿਵੇਂ ਲਾਵਾਂ ਹੁੰਦੀਆਂ ਸਾਡੇ, ਲਾਵਾਂ ਤੋਂ ਪਹਿਲਾਂ ਹੀ ਲੜਕੀ ਦੇ ਬਾਪ ਨੇ ਜਵਾਬ ਦੇ ਦਿੱਤਾ ਹੱਥ ਜੋੜ ਕੇ ਵੀ ਭਾਈ ਅਸੀਂ ਆਪਣੀ ਕੰਨਿਆ ਤੁਹਾਡੇ ਨਾਲ ਨਹੀਂ ਵਿਆਹ ਸਕਦੇ ਕਿ ਅਸੀਂ ਤੁਹਾਡੇ ਜੋੜ ਮਿਲਦੇ ਨਹੀਂਗੇ। ਉਹ ਕਹਿੰਦਾ ਜੀ ਕੀ ਹੋਇਆ, ਸਾਡੀ ਤੇ ਫਿਦਰਤ ਆ, ਅਸੀਂ ਤੇ ਟੌਰ ਆ ਸਾਡਾ ਇਲਾਕੇ 'ਚ। ਉਹ ਕਹਿੰਦੇ ਜੀ ਸਾਨੂੰ ਟੌਰ ਨਹੀਂ ਚਾਹੀਦਾ,
ਇੱਜ਼ਤ ਚਾਹੀਦੀ ਆ ਤੇ ਸਾਨੂੰ ਲੱਗਦਾ ਵੀ ਤੁਹਾਡੇ ਘਰ ਜਾ ਕੇ ਸਾਡੇ ਆਉਣ ਵਾਲੇ ਦੋਤੇ ਪੁੱਤਰੇ ਵੀ ਗਾਏ ਹੋ ਜਿਹੇ ਹੋਣੇ, ਦੋਤੇ ਦੋਤਵਾਨ ਜਿਹੜੇ ਇਹੋ ਜਿਹੇ ਹੋਣੇ। ਇਹ ਕਰਕੇ ਕਿਰਪਾ ਕਰੋ, ਇਹ ਨਾ ਹੋਵੇ ਕਿ ਇਹ ਦੇਸ਼ ਹੱਥ ਜੋੜਦੇ ਲੱਗੋ ਕਿ ਜਾਓ ਭਾਈ ਸਾਹਿਬ, ਹਾਂਜੀ ਬਹੁਤ ਹੋ ਗਈ, ਸਾਨੂੰ ਅਗਲੀ ਜਨਰੇਸ਼ਨ ਨਹੀਂ ਚਾਹੀਦੀ, ਅਸੀਂ ਨਹੀਂ ਤੋਰਨੇ ਜਿੰਨਾਂ ਨਾਲ। ਤਾਂ ਇਸ ਕਰਕੇ ਜੀ ਸੋਹਣਾ ਜਿਹਾ ਬਹਾਨਾ ਸਾਡਾ, ਮਾੜੇ ਸਿਰਫ 5% ਬੜਾ ਸੌਖਾ ਜਿਹਾ ਬਹਾਨਾ ਮਾਰਦੇ ਆਮ ਹੀ ਅਜੇ ਕਹਿੰਦੇ ਵੀ ਸਾਰੇ ਥੋੜੀ ਮਾੜੇ ਭਾਜੀ 5% ਮਾੜੇ 80% ਦਾ ਇੱਥੇ ਗੁਜ਼ਾਰਾ ਹਾਰਡ ਟੂ ਮਾਊਥ ਆ ਤੇ ਰਹਿ ਗਏ 10%। 5% ਤੇ ਕਿਸੇ ਨਾਲ ਇੱਧਰ ਉੱਧਰ ਲਿੰਕ ਹੀ ਕੋਈ ਜਿਹੜੇ ਉੱਧਰ ਉੱਧਰ ਰਲ ਗਏ ਉਹਨਾਂ 'ਚ, ਤੇ ਰਹਿ ਗਏ 10%। ਤੇ ਫਿਰ ਕੀ ਇਹਨਾਂ ਮੁਲਕਾਂ 'ਚ ਤੁਹਾਡੇ ਆਉਣ ਦਾ ਫਾਇਦਾ, ਤੇ ਕੀ ਤੁਸੀਂ ਇੱਥੇ ਆ ਕੇ ਪੰਜਾਬੀਅਤ ਨੂੰ ਸਿਰ ਤੇ ਚੁੱਕ ਲੋਗੇ? ਬਦਨਾਮੀ ਆਪਾਂ ਇੱਜ਼ਤ ਨਾਲੋਂ ਬਦਨਾਮੀ ਡਬਲ ਕਰ ਰਹੇ ਹਾਂ, ਜ਼ਿਆਦਾ ਕਰਵਾ ਰਹੇ ਬਿਲਕੁਲ। ਹਾਂਜੀ ਸੋਹਣਾ ਜਿਹਾ ਬਹਾਨਾ ਸਾਡਾ, ਮਾੜੇ ਆਪਾਂ 5%। ਕਹਿੰਦੇ ਭਾਰਤ ਵਿੱਚ ਤਾਂ 1% ਮਾੜੇ, ਉੱਥੇ ਦੁਨੀਆ ਦੇ ਪਸੀਜ ਦੀ ਹੁੰਦੀ ਜੀ ਜਿਹੜੀ ਬਹਿੰਦੀ ਸ਼ਾਂਤੀ, ਉੱਥੇ ਦੁਨੀਆ ਕਿੰਜ ਪੀਸਦੀ ਵੀ ਉੱਥੇ ਵੇਖੋ ਦੁਨੀਆ 1% ਨੇ ਕਿਤਨਾ ਪੀਸਣ ਰਹੀ ਹੈ, ਤੇ ਇੱਥੇ ਤੁਸੀਂ ਕਹਿੰਦੇ ਅਸੀਂ 5% ਇਹ ਪਹਿਲਾਂ ਇੱਥੇ ਵੀ ਪੀ ਦੋਗੇ। 5% ਪੰਜਾਬੀਆਂ ਚੋਂ ਹੀ ਆ, ਜਿੱਦਣ ਓਵਰਆਲ ਅਸੀਂ 5% ਮਾੜੇ ਹੋ ਗਏ ਨਾ, ਉਦੋਂ ਹਿਸਾਬ ਨਾਲ ਇਹ ਦੇਸ਼ ਦਾ ਬੇੜਾ ਗਰਕ ਸਤਿਆਨਾਸ਼ ਹੋ ਜੂ। ਸਖਤ ਕਾਨੂੰਨ ਤੇ ਦੇਸ਼ ਨਿਕਾਲਾ, ਫਿਰ ਵੀ ਅਸੀਂ ਖਿਲਾਰੀਏ ਝੱਲਾਂ, ਤੇ ਜ਼ਿੰਦਗੀ ਸੁਧਾਰ ਲਈ ਹੋਏ ਪਰਦੇਸੀ ਮਾਰ ਲਈ ਕਈ ਮੱਲਾਂ। ਬਹੁਤ ਖੂਬ। ਹੁਣ ਵੇਖੋ ਜੀ ਇਹੋ ਆਦਤਾਂ ਸਾਡੀਆਂ ਨੇ, ਪੰਜਾਬ ਰਹਿਣ ਜੋਗਾ ਨਹੀਂ ਛੱਡਿਆ। ਇਹੋ ਆਦਤਾਂ ਸਾਡੀਆਂ ਨੇ, ਪੰਜਾਬ ਰਹਿਣ ਯੋਗ ਨਹੀਂ ਛੱਡਿਆ। ਪੈਸੇ ਖਰਚ ਕੇ ਡਰਦੇ ਆਏ, ਉੱਥੋਂ ਕਿਹੜਾ ਸਾਨੂੰ ਕਿਸੇ ਨੇ ਕੱਢਿਆ। ਇਸ ਗਵਾਂਢੀ ਨੇ ਕਿਸੇ ਸ਼ਰੀਕ ਨੇ ਕਿਹਾ ਵੀ ਆ ਭਰਾ ਪੈਸੇ ਲੈ ਜਾ, ਜਾ ਨਿਕਲ ਜਾ, ਮਰਜ਼ੀ ਨਾਲ ਪੈਸੇ ਖਰਚ ਡਰਦੇ ਆਏ, ਉੱਥੋਂ ਸਾਨੂੰ ਕਿਹੜਾ ਕਿਸੇ ਨੇ ਕੱਢਿਆ। ਗੁਜਰਾਤੀ ਦੱਖਣ ਭਾਰਤੀ ਵੀ ਇੱਥੇ ਨੇ, ਪਰ ਸਾਨੂੰ ਕਿਉਂ ਨਾ ਪਚਣ ਭੱਲਾਂ। ਤੇ ਜ਼ਿੰਦਗੀ ਸੁਧਾਰਨ ਲਈ ਆਏ ਪਰਦੇਸੀ। ਕਦੀ ਤੁਸੀਂ ਗੁਜਰਾਤੀਆਂ ਨੂੰ ਲੜਦਿਆਂ ਵੇਖਿਆ ਹੀ ਨਾ ਇਸ ਮੁਲਕ 'ਚ? ਕਦੀ ਤਾਂ ਸੋਚਿਆ ਸਾਊਥ ਇੰਡੀਅਨ ਕਿੰਨੇ ਨੇ? ਤੁਹਾਡੇ ਖਿਆਲ ਘੱਟ ਨੇ? ਕਾਫੀ ਨੇ, ਬਹੁਤ ਹੈ ਜੀ। ਪਰ ਸਿਰਫ ਇਹ ਹੈ ਕਿ ਸਾਡੇ ਨੂੰ ਛਤਰ ਪਤਾਣ ਕਰਕੇ ਖਬਰਾਂ 'ਚ ਨਹੀਂ ਆਉਂਦੇ। ਅਸੀਂ ਖਬਰਾਂ 'ਚ ਰਹਿਣਾ ਹੁੰਦਾ, ਲਾਈਨਾਂ 'ਚ ਰਹਿਣਾ। ਨਸ਼ਾ ਵੇਚ ਕੇ ਖਬਰਾਂ 'ਚ ਨਹੀਂ ਆਉਂਦੇ, ਛਤਰ ਪਤਾਣ ਕਰਕੇ ਖਬਰਾਂ 'ਚ ਨਹੀਂ ਆਉਂਦੇ। ਅਸੀਂ ਪੱਲਿਓਂ ਪੈਸੇ ਖਰਚ ਕੇ ਦਾਰੂ ਪੀ ਕੇ ਖੇਡਦੇ ਆ ਤੇ ਮੁੜ ਕੇ ਖਬਰਾਂ 'ਚ ਸੁਰਖੀਆਂ ਪਾਉਂਦੇ। ਬਿਲਕੁਲ, ਉਹ ਆਂਦੇ ਵੀ ਉਹ ਸ਼ਰਾਬ ਦਾ ਫਾਇਦਾ ਹੀ ਕੀ ਆ, ਜਿਹੜੀ ਖੇੜੀ ਨਾ ਜੇ ਵਾਲ ਨਹੀਂ ਖਿਲ ਰਹੇ ਤੇ ਪਈਆਂ ਜੁੱਤੀਆਂ ਨਹੀਂ। ਹੁਣ ਵੇਖੋ ਜੀ ਗੁਜਰਾਤੀ ਦੱਖਣ ਭਾਰਤੀ ਵੀ ਇੱਥੇ, ਪਰ ਸਾਨੂੰ ਕਿਉਂ ਨਾ ਪਚਣ ਭੱਲਾਂ, ਤੇ ਜ਼ਿੰਦਗੀ ਸੁਧਾਰਨ ਲਈ ਹੋਏ ਪਰਦੇਸੀ, ਤੇ ਮਾਰ ਲਈ ਕਈ ਮੱਲਾਂ। ਟੈਕਸ ਚੋਰੀ, ਡਰੱਗ ਲੜਾਈਆਂ, ਹੁਣ ਜਿਹੜੇ ਸਾਡੇ ਕੰਮ ਨੇ, ਜਿਹੜੇ ਮੈਂ ਹੁਣੇ ਗੱਲ ਕਰਕੇ ਜੋ ਅਸੀਂ ਕਰਦੇ ਆ, ਸਾਰਿਆਂ ਨੂੰ ਗੁੱਸਾ ਲੱਗੂਗਾ ਪਰ ਇਹ ਕਰਦੇ ਆ ਅਸੀਂ। ਟੈਕਸ ਚੋਰੀ, ਡਰੱਗ ਲੜਾਈਆਂ, ਵਰਕ ਪਰਮਿਟ ਵੇਚਣ 'ਚ ਅੱਗੇ। ਟੈਕਸ ਚੋਰੀ, ਡਰੱਗ ਲੜਾਈਆਂ, ਵਰਕ ਪਰਮਿਟ ਵੇਚਣ 'ਚ ਅੱਗੇ। ਉਹ ਪੈਸਾ ਲੈ ਕੇ ਵਿਆਹ ਕਰਵਾਉਣੇ, ਫੇਰ ਵਜਾਓ ਝੂਠੇ ਡੱਗੇ। ਕੀ ਬਾਤ ਹੈ। 80% ਦੇ ਮਸਾਂ ਗੁਜ਼ਾਰੇ, ਤੇ ਖਰਚਿਆਂ ਦੀਆਂ ਮਸਾਂ ਚੁੱਕਣ ਡੱਲਾਂ, ਡੱਲ ਸਾਡੇ ਮਾਝੇ 'ਚ ਕਹਿੰਦੇ ਟੋਕਰੀ ਸਿਰ ਤੇ ਜਿਹੜੀ ਟੋਕਰੀ, ਖਰਚਿਆਂ ਦੀਆਂ ਮਸਾਂ ਚੁੱਕਣ ਡੱਲਾਂ, ਤੇ ਜ਼ਿੰਦਗੀ ਸੁਧਾਰਨ ਲਈ ਹੋਏ ਪਰਦੇਸੀ, ਤੇ ਮਾਰ ਲਈ ਕੀ ਮੱਲਾਂ, ਕਈ ਮੱਲਾਂ। ਹੁਣ ਵੇਖੋ ਜੀ ਆਪਣੇ ਲੁੱਟਣੇ, ਕੈਸ਼ ਤੇ ਕੰਮ, ਆਪਣੇ ਲੁੱਟਣੇ। ਕਿਉਂਕਿ ਜਦੋਂ ਅਸੀਂ ਕੰਮ ਤੇ 5-5, 7-7, 8-8 ਡਾਲਰਾਂ ਤੇ ਰੱਖਦੇ ਆ, ਸਟੂਡੈਂਟ ਉਹ ਵੀ ਆਪਣੇ, ਜੇ ਟੂਰਿਸਟ ਵੀਜ਼ੇ ਤੇ ਆਇਆ ਉਹ ਵੀ ਆਪਣਾ, ਜਾਂ ਕੋਈ ਵੈਸੇ ਵਿਚਾਰਾ ਅਨਪੜ੍ਹ ਤੇ ਉਹ ਵੀ ਆਪਣਾ, ਘੱਟ ਪੈਸੇ ਦੇ ਜੋ ਆਪਣੇ ਲੁੱਟਣੇ, ਕੈਸ਼ ਤੇ ਕੰਮ, ਤੇ ਟੈਕਸ ਚੋਰੀ ਇਬਾਦਤ ਸਾਡੀ। ਇਹ ਸਾਡੀ ਇਬਾਦਤ ਆ। ਟੈਕਸ ਚੋਰੀ ਇਬਾਦਤ ਸਾਡੀ, ਟੂਰਿਸਟ ਵੀਜ਼ੇ ਤੇ ਕੰਮ ਕਰਨਾ, ਚੋਰ ਮੋਰੀਆਂ ਪੱਕੇ ਹੋਣ ਦੀ ਆਦਤ ਸਾਡੀ। ਇਹ ਗੱਲਾਂ ਕੌੜੀਆਂ ਜੀ, ਬਹੁਤ ਮਿਰਚਾਂ ਲੱਗਣਗੀਆਂ ਉਹਨਾਂ ਲੋਕਾਂ ਨੂੰ ਜਿਹਨਾਂ ਬਾਰੇ ਬਾਲੇ ਸਾਹਿਬ ਨੇ ਅੱਜ ਧਾਰ ਕੇ ਆਏ ਘਰੋਂ ਕਿ ਇਹ ਗੱਲਾਂ ਕਰਨੀਆਂ। ਨਹੀਂ ਇਹ ਹੈ ਜੀ, ਸੱਚਾਈ ਹੈ ਜੀ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਜਾਣਬੁੱਝ ਕੇ ਕਰ ਰਹੇ, ਤੁਸੀਂ ਦੇਖਿਆ ਸਾਰਾ ਕੁਝ ਵੇਖਦੇ ਪਏ। ਕਿਸੇ ਬੰਦੇ ਨੂੰ ਪੁੱਛ ਲਓ, ਕਿਸੇ ਨੂੰ। ਅੱਛਾ ਹੁਣ ਪਹਿਲਾਂ ਤੇ ਸਾਡੇ ਤੱਕ ਸੀ, ਹੁਣ ਦੂਜੀਆਂ ਕਮਿਊਨਿਟੀਆਂ ਨੂੰ ਵੀ ਪਤਾ ਲੱਗ ਗਿਆ, ਉਹਨਾਂ ਨਾਲ ਗੱਲ ਕਰੋ, ਕਹਿੰਦੇ ਆਪ ਤਾਂ ਐਸੇ ਵੀ ਕਰ ਲੈਤੇ ਹੋ। ਮਤਲਬ ਮੈਂ ਸੌਰੀ ਹਿੰਦੀ 'ਚ ਮੇਰੇ ਕੋਲ ਨਿਕਲ ਗਿਆ, ਇੰਗਲਿਸ਼ 'ਚੋਂ ਕਹਿੰਦੇ ਆ ਯੂਰ ਕਮਿਊਨਿਟੀ ਇਜ਼ ਆਲਸੋ ਡੂਇੰਗ ਲਾਈਕ ਦੈਟ। ਉਹ ਜਦੋਂ ਕਹਿੰਦੇ ਆ ਤਾਂ ਬੜੀ ਅੰਦਰੋਂ ਅੰਦਰ ਹੀ ਬੰਦਾ ਮਰਨ ਕਿਨਾਰੇ ਤੱਕ ਚਲੇ ਜਾਂਦਾ ਵੀ ਯਾਰ ਅਸੀਂ ਨਮੋਸ਼ੀ ਹੁੰਦੀ ਆ, ਮਨ ਨੂੰ ਨਮੋਸ਼ੀ। ਅੱਛਾ ਬਲ ਸਾਹਿਬ ਇੱਕ ਮੈਂ ਹੋਰ ਗੱਲ ਖਤਮ ਕਰ ਲਈ ਤੁਸੀਂ? ਨਹੀਂ ਅਜੇ ਤਾਂ ਚੱਲੀ। ਆਪਣੇ ਲੁੱਟਣੇ, ਕੈਸ਼ ਤੇ ਕੰਮ, ਟੈਕਸ ਚੋਰੀ ਇਬਾਦਤ ਸਾਡੀ, ਟੂਰਿਸਟ ਵੀਜ਼ੇ ਤੇ ਕੰਮ ਕਰਨਾ। ਹੁਣ ਜਿਹੜੀ ਦੁਨੀਆ ਟੂਰਿਸਟ ਵੀਜ਼ੇ ਆਉਂਦੀ, ਇੱਥੇ ਕੰਮ ਸਾਰੇ ਕਰਦੇ। ਟੂਰਿਸਟ ਵੀਜ਼ੇ ਤੇ ਕੰਮ ਕਰਨਾ, ਚੋਰ ਮੋਰੀਆਂ ਪੱਕੇ ਹੋਣ ਦੀ ਆਦਤ ਸਾਡੀ। ਹੁਣ ਦੇਖੋ ਜੀ ਮਾਫੀ ਚੰਗਿਆਂ ਤੋਂ ਬਲ ਮੰਗਦਾ। ਹੁਣ ਜਿਹੜੇ ਇੱਥੇ ਚੰਗੇ ਨੇ ਉਹਨਾਂ ਤੋਂ ਉਹ ਮਾਫ ਕਰਨਗੇ, ਉਹਨਾਂ ਤੋਂ ਐਡਵਾਂਸ 'ਚ ਮਾਫੀ ਆ। ਪਰ ਮੈਂ ਸੱਚ ਬੋਲਣੋਂ ਨਾ ਟਲਾਂ।
ਤੇ ਜ਼ਿੰਦਗੀ ਸੁਧਾਰਨ ਲਈ ਪਰਦੇਸੀ ਹੋਏ, ਮਾਰ ਲਈ ਕਿ ਮੱਲਾਂ, ਬੇਈਮਾਨੀ, ਚੋਰੀ, ਹੰਕਾਰ ਤੇ ਝਗੜੇ, ਉਹੀ ਚਵਲਾਂ, ਉਹੀ ਗੱਲਾਂ। ਮੈਂ ਪਹਿਲਾਂ ਵੀ ਕਿਹਾ ਸੀ ਜੀ, ਬਾਲ ਸਾਹਿਬ ਨੇ ਮਿਰਚਾਂ ਚੰਗੀਆਂ ਤਕੜੀਆਂ ਰੱਖ ਕੇ ਭੁਗਤੀਆਂ ਹੈਗੀਆਂ ਬਹੁਤ ਸਾਰਿਆਂ ਨੂੰ। ਜਿਹੜੇ ਆ ਕਹਿ ਲਓ ਮਿਰਚਾਂ ਲੱਗਣੀਆਂ ਚਾਹੀਦੀਆਂ। ਤੇ ਔਰ ਇਹ ਸ਼ੀਸ਼ਾ ਵਿਖਾਇਆ ਬਾਲ ਸਾਹਿਬ ਨੇ, ਭਾਵੇਂ ਉਹਨਾਂ ਨੇ ਅਖੀਰ 'ਚ ਕਹਿ ਦਿੱਤਾ ਭਾਈ ਜਿਹੜੇ ਚੰਗੇ ਆ ਮੈਂ ਉਹਨਾਂ ਤੋਂ ਮਾਫੀ ਮੰਗਦਾ, ਉਹਨਾਂ ਨੂੰ ਨਹੀਂ ਕਿਹਾ। ਬਾਲ ਸਾਹਿਬ ਇੱਕ ਮੈਨੂੰ ਦੱਸਿਓ ਗੱਲ, ਅੱਜ ਸਵੇਰੇ ਟੀਵੀ ਮੈਂ ਵੇਖ ਰਿਹਾ ਸੀਗਾ, ਫਰੀਦਕੋਟ ਸ਼ਹਿਰ ਹੈ ਇੱਕ ਰਾਜਾ ਮਹਾਰਾਜਾ ਦਾ ਸ਼ਹਿਰ। ਅੱਛਾ ਜੀ। ਪਿੱਛੇ ਜੇ ਉਹਨਾਂ ਦੀ ਜਾਇਦਾਦ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਆਇਆ ਸੀ। ਹਾਂਜੀ, ਫਰੀਦਕੋਟ ਦਾ ਇੱਕ ਇਲਾਕਾ ਜੀ ਜਰਮਨ, ਮੈਨੂੰ ਲੱਗਦਾ ਸੀ ਵੀ ਜਰਮਨ ਸ਼ਹਿਰ ਉਹ ਜਰਮਨ ਹੋਣਾ ਜਿੱਥੇ ਭਗਵੰਤ ਮਾਨ ਗਿਆ ਹੋਇਆ, ਪਰ ਇਹ ਜਰਮਨ ਫਰੀਦਕੋਟ ਦੇ ਵਿੱਚ ਹੈ। ਹਾਂਜੀ, ਪੌਸ਼ ਏਰੀਆ ਹੋਣਾ, ਚੰਗੇ ਲੋਕ ਰਹਿੰਦੇ ਹੋਣੇ। ਉੱਥੇ ਇੱਕ ਗੁਰਦੁਆਰਾ ਸਾਹਿਬ ਜੀ, ਠੀਕ ਹੈ ਜੀ। ਉੱਥੇ ਕਹਿੰਦੇ ਜੀ ਪ੍ਰਧਾਨਗੀ ਦੀ ਚੋਣ ਹੋਣੀ ਸੀ, ਪਤਾ ਨਹੀਂ ਚੋਣ ਹੋਣੀ ਸੀ ਜਾਂ ਨੋਮੀਨੇਸ਼ਨ ਹੋਣੀ ਸੀ। ਹਾਂਜੀ ਹਾਂਜੀ। ਉਹ ਜੁੱਤੀ ਇੱਕ ਦੂਜੇ ਦੇ ਫੇਰੀ ਉਹਨਾਂ ਨੇ, ਦੋ ਧੜਿਆਂ ਨੇ, ਇੱਕ ਦੂਜੇ ਦੇ ਪੱਗਾਂ ਲਾਤੀਆਂ, ਹਾਂਜੀ ਹਾਂਜੀ, ਕੁਰਬਾਨਾਂ ਚੱਲੀਆਂ। ਹਾਂਜੀ ਹਾਂਜੀ। ਇੱਕ ਤੁਹਾਨੂੰ ਪਤਾ ਨਾ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ, ਹਾਂਜੀ ਸੌਰੀ, ਉੱਥੇ ਸ਼ਸਤਰ ਪਏ ਹੁੰਦੇ, ਹਾਂਜੀ, ਉਹਨਾਂ ਨੇ ਉਹੀ ਚੁੱਕ ਲਿਆ, ਉਹੀ ਚੁੱਕ ਕੇ ਉਹ ਜਲੂਸ ਕੱਢਿਆ। ਤੇ ਮੈਨੂੰ ਲੱਗਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਆ ਹੈਗੇ ਤੇ ਭਾਵੇਂ ਆਰਜੀ ਆ, ਟੈਂਪਰੇਰੀ ਆ, ਪਤਾ ਨਹੀਂ ਕਦੋਂ ਪੱਕੇ ਉਹਨਾਂ ਨੂੰ ਕਰਨਾ ਬਾਦਲ ਸਾਹਿਬ ਨੇ, ਕਦੋਂ ਨਹੀਂ ਕਰਨਾ। ਉਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਅਪੀਲ ਕੀਤੀ ਸੀਗੀ ਕਿ ਅਸੀਂ ਪ੍ਰਧਾਨਗੀਆਂ ਦੀਆਂ ਚੌਧਰਾਂ ਦੀਆਂ ਜਿਹੜੀਆਂ ਚੱਕਰਾਂ ਛੱਡੀਏ ਤੇ ਸਿੱਖੀ ਵੱਲ ਧਿਆਨ ਦਈਏ। ਤੇ ਆ ਦੂਜੇ ਚੌਥੇ ਦਿਨ ਹੀ ਆ ਭਾਣਾ ਵਰਤ ਗਿਆ। ਨਹੀਂ ਜੀ, ਇੱਥੇ ਤੁਸੀਂ ਗਲਤ ਜੀ। ਉਹਨਾਂ ਨੇ ਕਿਹਾ ਸੀ ਪਹਿਲਾਂ ਵੀ ਅਸੀਂ ਸ਼ਸਤਰ ਰੱਖੀਏ। ਉਹਨਾਂ ਸਿੰਘ ਸਾਹਿਬ ਦੀ ਪਹਿਲੀ ਗੱਲ ਮੰਨ ਲਈ ਵੀ ਸ਼ਸਤਰ ਚੁੱਕ ਲਓ। ਸਿੰਘ ਸਾਹਿਬ ਨੂੰ ਪਹਿਲਾਂ ਸੋਚ ਸਮਝ ਕੇ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਕਿਹਾ ਵੀ ਚਾਹੇ ਸਿੰਘ ਸਾਹਿਬ ਨੇ, ਚਾਹੇ ਕੋਈ ਬਹੁਤ ਵੱਡਾ ਮੌਲਵੀ ਹੈ, ਚਾਹੇ ਪੰਡਤ ਆ, ਉਹਨੂੰ ਦੁਨੀਆ ਦੇ ਵਿੱਚ ਜਦੋਂ ਵਿਚਰਨਾ ਚਾਹੀਦਾ, ਉਹਨੂੰ ਇਹ ਸੋਚਣਾ ਚਾਹੀਦਾ ਵੀ ਇਤਿਹਾਸ ਦੇ ਵਿੱਚ ਸਾਡੇ ਨਾਲ ਕੀ ਹੋਇਆ, ਅੱਗੋਂ ਕੀ ਹੋਣਾ। ਸ਼ਸਤਰ ਰੱਖਣ ਦਾ ਮਤਲਬ ਹਰ ਘਰ 'ਚ ਮਤਲਬ ਇਹ ਆ ਵੀ ਤੁਸੀਂ ਅੱਧੇ ਸਿੱਖ ਤੇ ਵੈਸੇ ਮਰਵਾ ਦੋਗੇ। ਬੰਦਾ ਜਨਾਨੀ ਨਾਲ ਲੜ ਪਿਆ, ਗੁੱਸਾ ਚੜੇਗਾ, ਗੁੱਸਾ ਕਹਿਰਵਾਨ ਹੁੰਦਾ। ਘਰ 'ਚ ਹਥਿਆਰ ਆ ਜੀ, ਚੱਲੂਗਾ। ਤੁਹਾਨੂੰ ਪਤਾ ਕਿ ਕੈਨੇਡਾ 'ਚ ਇੰਨੀ ਵੱਡੀ ਆਬਾਦੀ 'ਚ ਅਸੀਂ ਇੱਥੇ ਹੈਗੇ ਆ, ਮੈਨੂੰ ਕੋਈ 2 ਬੰਦੇ ਦਿਖਾ ਦਿਓ ਜਿਨ੍ਹਾਂ ਦੇ ਘਰ 'ਚ ਹਥਿਆਰ ਹੋਣ, 2 ਵੀ। ਹਾਂ, ਉਹ ਕਿਰਾਏ ਤੋਂ ਉੱਥੋਂ ਲੈਂਦੇ ਆ, ਕਿਰਾਏ ਤੇ ਚਲੂ ਕੇ ਠੱਕ ਕਰਕੇ ਤੇ ਘਰ ਆ ਜਾਂਦੇ ਆ, ਪੈਸੇ ਫੂਕ ਕੇ। ਉੱਥੇ ਸਿੱਖਣ ਵੀ ਜਾਂਦੇ ਤੇ ਕਿਰਾਏ ਤੇ ਸਿੱਖ ਕੇ ਆ ਜਾਂਦੇ, ਘਰ ਆ ਜਾਂਦੇ ਆ। ਇੱਥੇ ਜਾ ਕੇ ਚਲਾਉਂਦੇ ਗੋਲੀ। ਹਾਂ, ਇੱਥੇ ਲਾਇਸੈਂਸ ਇਸ਼ੂ ਨਹੀਂ ਹੁੰਦਾ ਅਨਲੈਸ ਤੁਹਾਨੂੰ ਬਹੁਤ ਸਖਤ ਉਹਦੀ ਜ਼ਰੂਰਤ ਨਾ ਹੋਵੇ। ਇੱਥੇ ਤਾਂ ਤੁਸੀਂ ਉਹ ਚਾਕੂ ਜਿਹਾ ਵੀ ਬਾਹਰ ਪਾਉਣਾ ਹੋਵੇ ਤੇ ਚਮੜੇ ਦੇ ਵਿੱਚ ਪਾਇਆ ਹੁੰਦਾ, ਜੇ ਤੁਸੀਂ ਜੰਗਲ 'ਚ ਕਿਤੇ ਜਾਂਦੇ ਜੇ, ਹਾਂ, ਬਾਹਰ ਰੱਖਣੀ ਪੈਂਦੀ ਆ। ਉਹਦਾ ਤੁਹਾਨੂੰ ਲਾਇਸੈਂਸ ਇਸ਼ੂ ਹੁੰਦਾ ਹੈ ਵੀ ਇਹ ਬੰਦਾ ਜੰਗਲ 'ਚ ਕੰਮ ਕਰਦਾ ਜਾਂ ਉਸ ਏਰੀਆ 'ਚ ਕੰਮ ਕਰਦਾ, ਉਹਨੂੰ ਲੋੜ ਹੈ। ਹੁਣ ਉਹੀ ਅਸੀਂ ਹਥਿਆਰਾਂ ਦੀ ਗੱਲ ਕਰ ਲੱਗੇ ਹਾਂ। ਇਸ ਕਰਕੇ ਜਦੋਂ ਵੀ ਸਿੱਖਿਆ ਦਿਓ ਕਿਸੇ ਵੀ ਕਮਿਊਨਿਟੀ ਨੂੰ, ਉਹਨੂੰ ਕਹੋ ਜੀ ਪੜ੍ਹੋ। ਅੱਗ ਲਾਉਣੀ ਹਥਿਆਰਾਂ ਨੂੰ। ਦੁਨੀਆ 'ਚ ਸਭ ਤੋਂ ਵੱਡਾ ਹਥਿਆਰ ਹੈ ਸਿੱਖਿਆ। ਕਿਉਂਕਿ ਸਿੱਖਿਆ ਨਾਲ ਤੁਸੀਂ ਅਸੀਂ ਕਈ ਵਾਰ ਕਹਿੰਦੇ ਹੁੰਦੇ ਵੀ ਕਲਮ ਨਾਲ ਜਿਹੜਾ ਕਤਲ ਕੀਤਾ ਬੰਦਾ ਨਾ, ਉਹ ਸਾਰੀ ਜ਼ਿੰਦਗੀ ਨਹੀਂ ਉੱਠਦਾ। ਅੱਛਾ, ਚਲੋ ਮੈਂ ਤੁਹਾਡੀ ਗੱਲ ਨੂੰ ਕੱਟ ਰਿਹਾ। ਹਾਂਜੀ, ਸਿੱਖਿਆ ਵਾਲੀ ਗੱਲ ਤੁਸੀਂ ਕੀਤੀ ਹੈਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਜੀ ਕਿ ਪੰਜਾਬ ਦੇ 117 ਵਿਧਾਨ ਸਭਾਈ ਹਲਕੇ ਹੈਗੇ, ਜਿੱਥੋਂ MLA ਜਿੱਤ ਕੇ ਤੇ ਵਿਧਾਨ ਸਭਾ 'ਚ ਪਹੁੰਚਦੇ 117, ਉਹਨਾਂ ਨੇ 117 ਪ੍ਰਚਾਰਕ ਇਕੱਠੇ ਕਰ ਲਏ। ਉਹਨਾਂ ਨੂੰ ਨੋਮੀਨੇਟ ਕਰਤਾ ਹਲਕੇ ਵਾਈਜ਼ ਵੀ ਤੁਸੀਂ ਜਾ ਕੇ ਨਾ ਆਪੋ ਆਪਣੇ ਹਲਕੇ ਦੇ ਵਿੱਚ ਪ੍ਰਚਾਰ ਕਰੋ। ਮੇਰਾ ਇੱਕ ਸਵਾਲ ਮਨ 'ਚ ਆ ਗਿਆ ਕਿ ਜੇ ਉਹਨਾਂ 117 ਨੇ ਪ੍ਰਚਾਰ ਕਰਨਾ ਜਾਂ ਉਹਨਾਂ ਨੂੰ ਤੁਸੀਂ ਨੋਮੀਨੇਟ ਕਰਤਾ, ਤੇ ਜਿਹੜਾ ਕਹਿੰਦੇ ਸੀਗੇ ਉਹ ਸਿੱਖੀ ਦੇ ਪ੍ਰਚਾਰ ਵਾਸਤੇ ਕਮੇਟੀਆਂ ਬਣੀਆਂ ਹੋਈਆਂ, ਸ਼੍ਰੋਮਣੀ ਕਮੇਟੀ ਇਟਸੈਲਫ ਇੱਦਾਂ ਧਰਮ ਪ੍ਰਚਾਰ ਕਮੇਟੀਆਂ ਬਣੀਆਂ ਹੋਈਆਂ, ਰਾਗੀ ਆ, ਢਾਡੀ ਆ, ਪ੍ਰਚਾਰਕ ਆ, ਕਥਾਵਾਚਕ ਆ, ਫਿਰ ਉਹਨਾਂ ਦੇ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਉਹ ਸਿੱਖੀ ਦਾ ਪ੍ਰਚਾਰ ਨਹੀਂ ਕਰਦੇ। ਮੈਨੂੰ ਫਿਰ ਸਾਡੇ ਮਹਾਨ ਲੇਖਕ ਨੇ ਉਹਨਾਂ ਦੀ ਗੱਲ ਚੇਤੇ ਆ ਜਾਂਦੀ ਕਿ ਰੱਬ ਇੱਕ ਗੁੰਝਲਦਾਰ ਬਾਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲ੍ਹਣ ਲੱਗਿਆ ਪੇਜ ਇਸ ਦੇ ਹੋ ਜਾਏ ਕਾਫਰ ਬੰਦਾ। ਕਿਉਂਕਿ ਕਾਫਰ ਹੋਣ ਵਾਲੀ ਗੱਲ ਆ ਜੀ। ਮੈਨੂੰ ਤਾਂ ਕਈ ਵਾਰ ਖੁਦ ਮੈਂ ਤਾਂ ਹੁਣ ਸੋਚਣਾ ਵੀ ਛੱਡਤਾ ਧਰਮ ਦੇ ਮਸਲੇ 'ਚ। ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਉਣ ਲੱਗਿਆ ਇਹ ਕਿਹਾ ਸੀ ਕਿ ਆਹ ਟਕਸਾਲ ਦਾ ਅੰਮ੍ਰਿਤ ਜੀ, ਆਹ ਤੁਹਾਡਾ ਮਿਸ਼ਨਰੀ ਵਾਲਿਆਂ ਦਾ ਅੰਮ੍ਰਿਤ ਜੀ, ਆਹ ਤੁਹਾਡਾ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਵੱਖਰਾ ਅੰਮ੍ਰਿਤ ਜੀ, ਜਾਂ ਆਹ ਪਰਟੀਕੂਲਰ ਕਿਸੇ ਹੋਰ ਜਿਸ ਤਰ੍ਹਾਂ ਇੱਕ ਡੇਰਿਆਂ ਦਾ ਕੋਈ ਨਹੀਂ, ਡੇਰਿਆਂ ਵਾਲੇ ਤਾਂ ਅੰਮ੍ਰਿਤ ਛਕਦੇ ਨਹੀਂ ਜੀ।
ਜਿਸ ਤਰ੍ਹਾਂ ਹੋਰ ਆ ਜਾਂਦੇ ਨੇ ਅੰਮ੍ਰਿਤ ਛਕਣ ਵਾਲੇ, ਜਿਸ ਤਰ੍ਹਾਂ ਇੱਕ ਤਾਂ ਨੀਲੇ ਪਰਨੇ ਵਾਲੇ ਹੋ ਗਏ, ਉਹ ਅੰਮ੍ਰਿਤ ਨਹੀਂ ਛਕਦੇ, ਉਹ ਵੈਸੇ ਕਹਿੰਦੇ ਵੀ ਗੁਰੂ ਦੇ ਸਿੱਖ ਆ, ਉਹਨਾਂ ਨੂੰ ਲਾ ਕਰ ਲਓ। ਡੇਰੇ ਵਾਲੇ ਜਿਸ ਤਰ੍ਹਾਂ ਕੋਈ ਹੋ ਗਏ ਕਿ ਕਹਿੰਦੇ ਅਸੀਂ ਗੁਰੂ ਦੇ ਸਿੱਖ ਆ ਲੇਕਿਨ ਅਸੀਂ ਬਾਬੇ ਜੀ ਦੇ ਚੇਲੇ ਆ, ਉਹਨਾਂ ਨਾਲ ਮੈਂ ਅੰਮ੍ਰਿਤਧਾਰੀਆਂ ਦੀ ਕਮਿਊਨਿਟੀ ਇੰਨੀ, ਮਿਸ਼ਨਰੀ ਹੋ ਗਏ, ਟਕਸਾਲੀ ਹੋ ਗਏ, ਅਕਾਲੀ ਹੋ ਗਏ, ਅਕਾਲੀਆਂ ਦੇ ਵਿੱਚ ਵੀ ਅੱਗੋਂ ਫਿਰ ਅਕਾਲੀ ਹੋ ਗਏ, ਮਾਨ ਦਲ ਹੋ ਗਿਆ, ਬਾਦਲ ਦਲ ਹੋ ਗਿਆ, ਫਲਾਣਾ ਦਲ ਹੋ ਗਿਆ, ਢੀਂਗੜਾ ਦਲ ਹੋ ਗਿਆ। ਇਸ ਕਰਕੇ ਇਹ ਬੜੀ ਲੰਮੀ ਚੌੜੀ ਇਹਨਾਂ ਨੂੰ ਕੁਛ ਨਹੀਂ ਕਰਨਾ ਚਾਹੀਦਾ। ਹੋਰ ਮੈਂ ਗੱਲ ਹੋਰ ਪਾਸੇ, ਹਾਂਜੀ, ਮਤਲਬ ਇਹ ਜਿੱਦਾਂ ਕਹਿ ਰਹੇ ਨੂੰ ਖਿੱਦੋ ਦੀਆਂ ਲੀਰਾਂ ਵਾਲੀ ਗੱਲ ਹੀ ਹੈ। ਹਾਂਜੀ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਿਸੇ ਵੇਲੇ ਵੀ ਸੰਭਵ ਹੈ। ਹਾਂਜੀ, ਭਾਰਤ ਸਰਕਾਰ ਕਦੀ ਵੀ ਕਹਿ ਸਕਦੀ ਆ, ਕਿਉਂਕਿ ਪੰਜਾਬ ਸਰਕਾਰ ਕਹਿ ਚੁੱਕੀ ਹੈ, ਭਾਰਤ ਸਰਕਾਰ ਵੱਲੋਂ ਕਦੀ ਵੀ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਕਿ ਫਲਾਣੀ ਡੇਟ ਨੂੰ ਇਲੈਕਸ਼ਨ ਆ। 5-6 ਸਾਲ ਪਹਿਲਾਂ ਰੌਲਾ ਪਿਆ ਸੀ ਜੀ ਇੱਕ, ਮੈਨੂੰ ਲੱਗਦਾ, ਮੈਨੂੰ ਐਗਜ਼ੈਕਟਲੀ ਡੇਟ ਨਹੀਂ ਯਾਦ, ਜਾਂ ਸਨ ਨਹੀਂ ਚਿੱਤੇ ਕਿ ਕਦੋਂ ਇਹ ਗੱਲ ਹੋਈ ਸੀ ਵੀ ਵੋਟਾਂ ਪਾਉਣ ਦਾ ਹੱਕ ਕਿਹਨੂੰ ਆ। ਉਂਝ ਵੈਸੇ ਇਹ ਗੱਲ ਪੁਰਾਣੀ ਆ, ਇੱਕ ਵਾਰੀ ਅਮੈਂਡਮੈਂਟ ਹੋ ਗਈ ਜੀ, ਸੋਧ ਹੋ ਗਈ ਕਾਨੂੰਨ ਦੇ ਵਿੱਚ ਕਿ ਜਿਹੜਾ ਅੰਮ੍ਰਿਤਧਾਰੀ ਸਿੰਘ ਹੈ ਉਹੀ ਵੋਟ ਪਾ ਸਕਦਾ। ਤੁਸੀਂ ਵੀ ਆਪਣੇ ਆਪ ਨੂੰ ਸਿੱਖ ਕਹਾਉਂਦੇ ਹੋ। ਇਹ ਸਭ ਤੋਂ ਵੱਡੀ ਸਾਜ਼ਿਸ਼ ਸੀਗੀ ਜੀ, ਉਦੋਂ ਬਾਦਲ ਸਾਹਿਬ ਸੀਗੇ, ਇਹਨਾਂ ਦੀ ਕਮੇਟੀ ਸੀ, ਇਹਨਾਂ ਦਾ ਸਭ ਕੁਝ ਸੀ। ਜਦ ਕਿ ਸਾਡੇ ਪਿੰਡ 'ਚ ਜਾ ਕੇ ਮੈਂ ਖੁਦ ਦੇਖੀਆਂ, ਸਾਡੇ ਉੱਥੇ ਇੱਕ ਰਾਮ ਕੁਮਾਰ ਆ, ਉਹਨੂੰ ਰਾਮ ਸਿੰਘ ਲਿਖਿਆ। ਅੱਛਾ ਜੀ। ਉਹ ਯੂਪੀ ਦਾ ਆ। ਅੱਛਾ, ਭਈਆ ਜਿਹਨੂੰ ਅਸੀਂ ਕਹਿੰਦੇ ਨੇ ਪੰਜਾਬੀ ਅਸੀਂ ਆਮ ਤੌਰ ਤੇ ਇਹੀ ਭਾਸ਼ਾ ਭਈਆ ਆ। ਹਾਂਜੀ ਹਾਂਜੀ। ਉਹਦੀ ਵੋਟ ਬਣੀ ਆ। ਸਾਡੇ ਫਾਦਰ ਸਾਹਿਬ ਜਥੇਦਾਰ ਨੇ 45 ਸਾਲ ਤੋਂ ਅੰਮ੍ਰਿਤਧਾਰੀ ਨੇ, ਫਾਦਰ ਮਦਰ ਦੋਨਾਂ ਦੀ ਵੋਟ ਨਹੀਂ ਬਣੀ। ਅੱਛਾ ਜੀ। ਇਹਨਾਂ ਕੀ ਕੀਤੀ, ਕਰਤੂਤ ਕੀ ਕੀਤੀ, ਇਹ ਸਾਰੀ ਮੈਂ ਤਾਂ ਬਾਦਲ ਜੁੰਡਲੀ ਕਹਾਂਗਾ ਕਿਉਂਕਿ ਫਿਰ ਬੰਦੇ ਨੂੰ ਗੁੱਸਾ ਆ ਜਾਂਦਾ। ਇਹਨਾਂ ਨੇ ਕਰਤੂਤ ਇਹ ਕੀਤੀ ਜੀ ਵੀ ਵੋਟਾਂ ਉਹਨਾਂ ਦੀਆਂ ਬਣਾਈਆਂ ਜਿਹੜੇ ਉਹਨਾਂ ਨੂੰ ਵੋਟਾਂ ਪਾਉਣਗੇ, ਇਹਨਾਂ ਦੇ ਜਥੇਦਾਰਾਂ, ਇਹਨਾਂ ਦੇ ਉਹਨਾਂ ਨੇ ਸਾਰੇ ਇੱਦਾਂ ਹੀ ਹੁੰਦੀ ਜੀ। ਨਹੀਂ ਜੀ, ਬਾਕੀਆਂ ਦੀਆਂ ਕਟਾਤੀਆਂ। ਹਾਂਜੀ, ਸਾਡੇ ਫਾਦਰ ਮਦਰ ਤੇ ਦੋਨੇ ਅੰਮ੍ਰਿਤਧਾਰੀ 45-50 ਸਾਲ ਦੇ। ਉਹਨਾਂ ਨੇ ਬਾਦਲ ਨੂੰ ਵੋਟਾਂ ਨਹੀਂ ਪਾਉਣੀਆਂ ਹੋਣਗੀਆਂ ਫਿਰ? ਹਾਂ ਬਿਲਕੁਲ ਨਹੀਂ, ਉਹਨਾਂ ਕਿਸੇ ਨੂੰ ਵੀ ਪਾ ਸਕਦੇ ਕਿਉਂਕਿ ਉਹ ਇੰਡੀਪੈਂਡੈਂਟ ਸੀ। ਇਹਨਾਂ ਨੇ ਕੀ ਵੇਖਿਆ ਵੀ ਆਹ ਬੰਦੇ ਸਾਰੇ ਕੱਟ ਦਿਓ। ਇਹਨਾਂ ਨੇ ਪ੍ਰਵਾਸੀਆਂ ਤੱਕ ਨੂੰ ਸਿੰਘ ਲਾ ਕੇ ਉਹਨਾਂ ਦੀ ਵੋਟਾਂ ਬਣਾਈਆਂ। ਅੱਜ ਵੀ ਰਿਕਾਰਡ ਹੈਗਾ, ਜੇ ਲੋਕ ਕੋਈ ਬੰਦਾ ਕਵੇ ਤਾਂ ਮੈਂ ਦਿਖਾ ਸਕਦਾ। ਪਰਨਾ ਜਾਂ ਪੀਲਾ ਪਰਨਾ ਬੰਨ ਕੇ ਆ ਕੇ ਵੋਟ ਪਾ ਜਾਂਦੇ, ਵੋਟ ਪਾ ਕੇ ਤਾਂ ਦਾੜੀ ਉਹਦੀ ਵੀ ਕੱਟੀ। ਵੇਖੋ ਫਿਰ ਹੈਰਾਨੀ ਦੀ ਗੱਲ, ਉਹਦੀ ਦਾੜੀ ਵੀ ਕੱਟੀ, ਸਿਰ ਵੀ ਕੱਟਿਆ, ਤੇ ਬੰਦਾ ਤਮਾਕੂ ਵੀ ਲਾਉਂਦਾ ਉਸ ਬੰਦੇ ਦੀ ਵੋਟ। ਤੇ ਫਿਰ ਉਸ ਤੋਂ ਤੁਸੀਂ ਇੱਕ ਤੈਅ ਕਰੋ ਵੀ ਜਿਹੜੀਆਂ ਵੋਟਾਂ ਬਣਦੀਆਂ ਸ਼੍ਰੋਮਣੀ ਕਮੇਟੀ ਦੀਆਂ, ਉਹਦੇ ਵਿੱਚ ਚਾਹੇ ਜਾਂ ਤੇ ਫਿਰ ਟੋਟਲ ਹੀ ਬੰਦਾ ਅੰਮ੍ਰਿਤਧਾਰੀ ਹੋਵੇ। ਬਿਲਕੁਲ। ਦਾੜੀ ਮੁੱਛਾਂ ਰੱਖਣ ਨੂੰ ਜੇ ਵੈਸੇ ਤੁਸੀਂ ਗੱਲ ਕਰਦੇ ਨਹੀਂ ਜੀ, ਪਹਿਲਾਂ ਗੱਲ ਤਾਂ ਇਹ ਹੈ ਬਾਲ ਸਾਹਿਬ ਵੀ ਅਸੀਂ ਕਹਿੰਦੇ ਜੀ ਸ਼੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਵਾਹਿਦ ਜਮਾਤ ਹੈ, ਤੇ ਫਿਰ ਇੱਕ ਤਾਂ ਇਹ ਪਹਿਲਾਂ ਧਾਰਨਾ ਬਣਾਉਣੀ ਪਊ ਵੀ ਸਿੱਖ ਕੌਣ ਆ। ਸਿੱਖ ਦਾ ਮਤਲਬ ਅੰਮ੍ਰਿਤਧਾਰੀ ਸਿੱਖ ਭਾਜੀ। ਹਾਂਜੀ, ਉਹਨੂੰ ਵੈਸੇ ਸਿੰਘ ਕਹਿੰਦੇ। ਹਾਂਜੀ, ਇਹ ਆਪਣੀ ਭਾਸ਼ਾ 'ਚ ਅੰਮ੍ਰਿਤਧਾਰੀ ਜਿਹਨੇ ਵੀ ਅੰਮ੍ਰਿਤ ਛਕਿਆ ਹੋਵੇ, ਸ਼ਸਤਰ ਪਾਏ ਹੋਣ, ਉਹਨੂੰ ਅੰਮ੍ਰਿਤਧਾਰੀ ਸਿੰਘ ਕਹਿੰਦੇ, ਸਿੰਘ ਸਾਹਿਬ ਕਹਿੰਦੇ, ਜਾਂ ਜਿੱਦਾਂ ਕਹਿ ਲਓ। ਉਹਨੂੰ ਸਿੱਖ ਨਹੀਂ ਕਹਿੰਦੇ। ਪਰ ਗੁਰੂ ਦਾ ਸਿੱਖ ਕੌਣ ਆ? ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ, ਉਹਦਾ ਮੂੰਹ ਕਿੱਦਾਂ ਦਾ, ਉਹਦੀ ਦਾੜੀ ਲੰਬੀ ਹੈਗੀ ਕਿ ਨਹੀਂ ਹੈਗੀ, ਕੱਟੀ ਹੈਗੀ ਕਿ ਨਹੀਂ ਹੈਗੀ, ਕੀ ਆ ਕੀ ਨਹੀਂ, ਇਹ ਤਾਂ ਬਾਅਦ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ। ਬਿਲਕੁਲ ਜੀ, ਬਿਲਕੁਲ। 2-3 ਚੀਜ਼ਾਂ ਦੀ ਲੋਕਾਂ ਨੂੰ ਬੜੀ ਵੱਡੀ ਗਲਤਫਹਿਮੀ ਆ। ਪਹਿਲੀ ਗੱਲ, ਸਿੱਖ ਤੇ ਸਿੰਘ 'ਚ ਫਰਕ ਆ। ਹਰ ਬੰਦਾ ਸਿੱਖ ਹੋ ਸਕਦਾ, ਹਰ ਬੰਦਾ ਸਿੰਘ ਨਹੀਂ ਹੋ ਸਕਦਾ। ਸਿੰਘ ਦੇ ਬਾਰੇ ਮੈਂ ਉਹੀ ਕਹਿਣਾ ਜੀ, ਸਿੰਘ ਤਾਂ ਉਹੀ ਹੈ ਜਿਹਨੇ ਅੰਮ੍ਰਿਤ ਛਕ ਲਿਆ ਤੇ ਸ਼ਸਤਰ ਪਹਿਨਦੇ। ਬਿਲਕੁਲ, ਹਰ ਬੰਦਾ ਸਿੱਖ ਹੋ ਸਕਦਾ। ਵੋਟਾਂ ਤੁਸੀਂ ਸਿੱਖਾਂ ਦੀਆਂ ਪਾਉਂਦੇ ਜੇ, ਸ਼੍ਰੋਮਣੀ ਗੁਰਦੁਆਰਾ ਸਿੱਖਾਂ ਦੀ। ਬਿਲਕੁਲ। ਪਹਿਲੀ ਗੱਲ, ਤੁਸੀਂ ਕੌਮ ਨਹੀਂ ਜੇ। ਕੌਮ ਪੰਜਾਬੀਅਤ ਹੁੰਦੀ ਹੈ। ਕੌਮ ਬਾਰੇ ਵੀ ਰੌਲਾ ਪਿਆ, ਬੜਾ ਵੱਡਾ ਗਲਤ ਹੈ ਲੋਕਾਂ ਨੂੰ ਫਹਿਮੀ। ਅਸੀਂ ਕੌਮ ਦਾ ਮਤਲਬ ਹੁੰਦਾ ਨੈਸ਼ਨੈਲਿਟੀ, ਪੰਜਾਬੀਅਤ, ਕੌਮੀਅਤ। ਤੁਸੀਂ ਕਦੀ ਕੌਮੀਅਤ ਤੇ ਸਿੱਖ ਲਿਖ ਕੇ ਵਿਖਾ ਲਓ ਮੈਨੂੰ, ਇੱਥੇ ਤੁਹਾਡੀ ਨੈਸ਼ਨੈਲਿਟੀ ਪੁੱਛਦੇ ਆ ਨਾ, ਮੈਨੂੰ ਹਿੰਦੂ ਲਿਖ ਕੇ ਵਿਖਾ ਲਓ ਨੈਸ਼ਨੈਲਿਟੀ। ਕਿਉਂ ਭਾਰਤ ਨੂੰ ਹਿੰਦੂ ਰਾਜ ਕਿਉਂ ਨਹੀਂ ਘੋਸ਼ਿਤ ਕੀਤਾ ਗਿਆ? ਕਿਉਂਕਿ ਨੈਸ਼ਨੈਲਿਟੀ ਉਹਨਾਂ ਦੀ ਇੰਡੀਅਨ ਆ, ਭਾਰਤੀ ਆ। ਉਹਨਾਂ ਦੀ ਨੈਸ਼ਨੈਲਿਟੀ ਹਿੰਦੂ ਨਹੀਂ ਗੀ। ਇਸੇ ਤਰ੍ਹਾਂ ਤੁਹਾਡੀ ਨੈਸ਼ਨੈਲਿਟੀ ਇਹ ਨਹੀਂ ਕਿ ਨੈਸ਼ਨੈਲਿਟੀ ਹੁੰਦੀ ਕੌਮੀਅਤ, ਕੌਮ ਪੰਜਾਬੀ ਆ। ਹਾਂਜੀ, ਗੁਜਰਾਤੀ ਕੌਮ ਹੈ, ਪੰਜਾਬੀ ਕੌਮ ਹੈ, ਬੰਗਾਲੀ ਕੌਮ ਹੈ। ਉਹਦਾ ਮਤਲਬ ਹੁੰਦਾ ਕੌਮ ਉਹਨੂੰ ਕਹਿੰਦੇ ਜਿਹਦੀ ਭਾਸ਼ਾ ਇੱਕੋ ਰਲਦੀ ਹੋਵੇ, ਜਿਹਨਾਂ ਦਾ ਸੱਭਿਆਚਾਰ ਇੱਕੋ ਜਿਹਾ, ਬੋਲੀ ਭਾਸ਼ਾ ਸਾਰਾ ਕੁਝ, ਭਾਸ਼ਾ ਸੱਭਿਆਚਾਰ। ਅਸੀਂ ਕੀ ਕੀਤਾ? ਅਸੀਂ ਟੋਟਲੀ ਕੰਮ ਉਲਟਾ ਕੀਤਾ। ਸਿੱਖ ਕੌਮ ਨੇ ਆਹ ਕੰਮ ਕਰ ਦਿੱਤਾ, ਸਿੱਖ ਕੌਮ ਨੇ ਆਹ ਕਰਤਾ, ਸਿੱਖ ਕੌਮ ਨੇ ਦੰਗੇ ਕਰਤੇ, ਸਿੱਖ ਕੌਮ ਲੜ ਪਈ। ਯਾਰ ਸਿੱਖ ਕੌਮ ਕੋਈ ਨਹੀਂ ਗੀ, ਸਿੱਖ ਇੱਕ ਧਰਮ ਆ, ਵਿਚਾਰਧਾਰਾ ਜੀ, ਇੱਕ ਧਰਮ। ਹਾਂ ਚਲੋ, ਧਰਮ ਵੀ ਸ਼ਬਦ ਵਰਤਿਆ ਜਾ ਸਕਦਾ। ਹਾਂ, ਕਿਉਂਕਿ ਹਿੰਦੂ ਧਰਮ ਆ, ਸਿੱਖ ਧਰਮ ਆ, ਮੁਸਲਮਾਨ ਇੱਕ ਧਰਮ ਆ, ਮੁਸਲਿਮ ਧਰਮ ਆ, ਕ੍ਰਿਸਚੀਅਨ ਇੱਕ ਧਰਮ ਆ। ਕੱਲ ਨੂੰ ਤੁਸੀਂ ਕਹਿੰਦੇ ਜੀ ਕ੍ਰਿਸਚਨਾਂ ਦੀ ਕੌਮ, ਮੁਸਲਮਾਨਾਂ ਦੀ ਕੌਮ। ਨਹੀਂ, ਅਸੀਂ ਤਾਂ ਕਈ ਵਾਰੀ ਨਾ ਜੀ ਦੂਜੇ ਨੂੰ ਕਹਿਣ ਲਈ, ਚੜਾਉਣ ਦੇ ਲਈ, ਉਹਨੂੰ
ਉਹਦੀ ਹੇਠੀ ਕਰਨ ਦੇ ਲਈ, ਉਹਨੂੰ ਨੀਵਾਂ ਦਿਖਾਉਣ ਦੇ ਲਈ ਕਹਿੰਦੇ ਉਹ ਇਹ ਤਾਂ ਕੌਮ ਹੀ ਮਾੜੀ। ਹਾਂਜੀ, ਉਹ ਜਾਤ ਬਰਾਦਰੀ ਨੂੰ ਜੋੜ ਕੇ ਵੀ ਅਸੀਂ ਕੌਮ ਦੀ ਗੱਲ ਹਾਂ ਕਰਦੇ ਬਿਲਕੁਲ ਬਿਲਕੁਲ। ਹੈ ਜੀ। ਜੱਟਾਂ ਦੀ ਕੌਮ ਵੱਖਰੀ ਹੈ ਜੀ। ਉਹ ਇੱਕ ਹੈਗਾ ਉਹ ਜਿਹੜਾ ਵਿਚਾਰਾ ਬੜਾ ਰੌਲਾ ਜਿਹਾ ਪਾਉਂਦਾ, ਉਹਨੇ ਵੀ ਇਹੋ ਕਿਹਾ ਵੀ ਇਹਨਾਂ ਦੀ ਕੌਮ, ਇਹਨਾਂ ਦੀ ਕੌਮ, ਇਹਨਾਂ ਦੀ ਕੌਮ, ਤੇ ਉਹ ਮੁੜ ਕੇ ਉਹ ਦੂਜੇ ਪਾਸੇ ਕੋਈ ਇਹਨਾਂ ਬਾਰੇ ਵੀ ਕਵਿਤਾ ਕੋਈ ਲਿਖੀ ਕਿ ਮੈਂ? ਹਾਂ ਬਿਲਕੁਲ 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 ਜੀ। ਮੈਂ ਇਹੀ ਤੇ ਦੱਸਣਾ ਚਾਹੁੰਦਾ, ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕਰਦਾ ਹੁੰਦਾ, ਸਿੱਖ ਹਰ ਉਹ ਬੰਦਾ ਸਿੱਖਿਆ ਜੇ ਕੋਈ ਹਿੰਦੂ ਵੀਰ ਵੀ ਆ ਨਾ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਗੁਰੂ ਘਰ ਜਾਂਦਾ ਆ, ਚਾਹੇ ਉਹਦੇ ਨਾਲ ਕੁਮਾਰ ਲੱਗਾ, ਚਾਹੇ ਉਹਦੇ ਨਾਲ ਕੁਛ ਲੱਗਾ, ਚਾਹੇ ਕੁਛ ਲੱਗਾ, ਉਹ ਵੀ ਸਿੱਖਿਆ। ਨਹੀਂ ਜੀ, ਗੁਰੂ ਘਰ ਜਾਣਾ ਜ਼ਰੂਰੀ? ਹਾਂ ਬਿਲਕੁਲ ਜੀ। ਨਹੀਂ ਜੀ, ਮੈਨੂੰ ਤਾਂ ਇਹ ਲੱਗਦਾ ਕਿ ਜਿਹੜਾ ਸਿੱਖ ਉਹਨੂੰ ਕਹਿਣਾ ਚਾਹੀਦਾ ਜਿਹੜਾ ਗੁਰੂ ਦੀ ਸਿੱਖਿਆ ਨੂੰ ਮੰਨਦਾ। ਹਾਂ ਬਿਲਕੁਲ, ਉਹ ਸਿੱਖਿਆ ਮੰਨਣ ਵਾਲੀ ਗੱਲ ਹੈ। ਸਕੂਲ ਜਾਓਗੇ, ਹਾਂ ਨਹੀਂ ਚਲੋ ਸਿੱਖਿਆ ਨੂੰ ਮੰਨਦਾ। ਸਕੂਲ ਦੇਖੋ ਜੀ, ਪੁਰਾਣੇ ਜ਼ਮਾਨੇ 'ਚ ਸਕੂਲ ਕਿੱਥੇ ਹੁੰਦੇ ਸੀ? ਲੋਕੀ ਸਿੱਖ ਤੇ ਫੇਰ ਉਦੋਂ ਵੀ ਸੀਗੇ। ਨਹੀਂ ਉਦੋਂ ਗੁਰਦੁਆਰਾ ਸਾਹਿਬ ਜਾਂਦੇ ਜਾਂ ਕਿਸੇ ਉਸਤਾਦ ਕੋਲ ਜਾਂਦੇ ਤਾਂ ਹਾਂ, ਉਸਤਾਦ ਕੋਲ ਜਾਣਾ ਹੋਰ ਗੱਲ ਹੈ। ਇਸ ਕਰਕੇ ਗੁਰੂ ਘਰ ਵੀ ਜਾਣਾ, ਲੇਕਿਨ ਉਹ ਪੜ੍ਹਦਾ ਆ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਨਹੀਂ ਵੀ ਪੜ੍ਹਦਾ, ਜੇ ਇਕੱਲੀ ਬਾਣੀ ਪੜ੍ਹਦਾ, ਇਹ ਉਹਨੂੰ ਉੱਤੇ ਫੋਲੋ ਕਰਦਾ ਗੁਰੂ ਸਾਹਿਬ। ਬਾਬਾ ਨਾਨਕ ਨੇ ਸਿਧਾਂਤ ਬੜਾ ਵਧੀਆ ਦਿੱਤਾ ਜੀ। ਬਾਬਾ ਨਾਨਕ ਨੇ ਸਿਧਾਂਤ ਦਿੱਤਾ ਕਿਰਤ ਕਰੋ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਵਾਂਡੇ ਛਕੋ, ਫਿਰ ਉਹਨਾਂ ਨੇ ਕਿਹਾ ਵੀ ਨਾਮ ਵੀ ਜਪ ਲਓ। ਠੀਕ ਹੈ, ਜਿਹੜਾ ਇਸ ਸਿਧਾਂਤ ਤੇ ਖੜਾ, ਜਿਹੜਾ ਇਸ ਸਿਧਾਂਤ ਨੂੰ ਮੰਨਦਾ, ਮੈਨੂੰ ਲੱਗਦਾ ਉਹ ਸਿੱਖ ਹੈ। ਉਹਦਾ ਚਿਹਰਾ ਮੋਹਰਾ ਕਿੱਦਾਂ ਦਾ ਵੀ ਹੋਵੇ, ਠੀਕ ਹੈ ਜੀ, ਉਹ ਔਰਤ ਹੈ, ਉਹ ਮਰਦ ਹੈ, ਉਹ ਬੱਚਾ ਹੈ, ਉਹ ਬੁੱਢਾ ਹੈ, ਉਹ ਕਿਸੇ ਵੀ ਦੇਸ਼ 'ਚ ਰਹਿੰਦਾ ਹੋਵੇ, ਪਰ ਜੇ ਗੁਰੂ ਦੇ ਇਸ ਸਿਧਾਂਤ ਨੂੰ ਮੰਨਦਾ ਨਾ ਜੀ, ਉਹ ਸਿਧਾਂਤ, ਉਹ ਫਲਸਫਾ ਜਿਹੜਾ ਉਹ ਅਟੱਲ ਹੈ। ਔਰ ਉਹਦੇ ਤੇ ਪਹਿਰਾ ਦਿੱਤਾ ਲੋਕਾਂ ਨੇ, ਸਿੱਖਾਂ ਤੋਂ ਇਲਾਵਾ ਵੀ ਲੋਕਾਂ ਨੇ ਦਿੱਤਾ ਪਹਿਰਾ। ਬਿਲਕੁਲ ਜੀ ਬਿਲਕੁਲ। ਨਹੀਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਜ਼ਰੂਰਤ ਪਈ ਸੀ ਕਿ ਹਰ ਧਰਮ ਦੇ ਮੈਂ ਕਿਹਾ, ਕੌਮ ਦੇ ਨਹੀਂ ਕਿਹਾ, ਹਰ ਧਰਮ ਦੇ ਇਨਸਾਨ ਨੂੰ ਆਪਣੇ ਨਾਲ ਰੱਖਣ ਦੀ। ਹਾਂਜੀ ਹਾਂਜੀ। ਤੇ ਨਹੀਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਜ਼ਰੂਰਤ ਪਈ ਕਿ ਹਰ ਭਾਸ਼ਾ ਦੀ ਕਦਰ ਕਰਨ ਦੀ। ਉਹ ਵੀ ਕਹਿੰਦੇ ਵੀ ਇਕੱਲੀ ਇੱਕੇ ਭਾਸ਼ਾ ਤੇ ਟਿਕ ਜੋ, ਵੀ ਸਾਰੀ ਉਹਨਾਂ ਨੇ ਬੜੀਆਂ ਭਾਸ਼ਾਵਾਂ ਜਿਹੜੀਆਂ। ਆਪਾਂ ਇੱਕ ਗੱਲ ਹੀ ਫੜ ਲਈ ਜੀ, ਆਪਾਂ ਨੂੰ ਆਹ ਕਰਨਾ ਚਾਹੀਦਾ, ਆਹ ਕਰ, ਆਪਾਂ ਉੱਥੇ ਬੈਠੇ। ਹਾਂ, ਜਿਹੜੀ ਮਾਂ ਭਾਸ਼ਾ ਨੂੰ ਭੁੱਲੋ ਨਾ। ਜਿਹੜੀ ਭਾਸ਼ਾ ਤੁਹਾਨੂੰ ਵੱਧ ਆਉਂਦੀ ਹੈ ਉਹਦਾ ਦੂਜਿਆਂ ਨਾਲ ਵਰਤਾਰਾ ਕਰੋ। ਆਪਣੇ ਵਿੱਚ ਘਰ 'ਚ ਆਪਣੇ ਪੰਜਾਬੀਆਂ ਨਾਲ ਕਦੀ ਵੀ ਇਹ ਨਾ ਕਰ ਹਾਏ ਥੈਂਕ ਯੂ ਵੈਲਕਮ, ਵੀ ਬੰਦਾ ਪੁੱਛੇ ਵੀ ਤੂੰ ਐ ਲੱਗਦਾ ਜਿਵੇਂ ਕੁੱਤਾ ਹਲਕਾ ਆਇਆ ਹੁੰਦਾ ਨਾ, ਤੇ ਉਹਨੂੰ ਐ ਕਰਦਾ, ਉਹ ਉਸ ਤਰ੍ਹਾਂ ਲੱਗਦਾ ਵੀ ਜਦੋਂ ਤੁਸੀਂ ਕਿ ਖਾਸ ਬੰਦੇ ਨੂੰ ਪੰਜਾਬੀ। ਹਾਂ, ਸਮਾਂ ਬੜਾ ਘੱਟ ਜਾ ਜੀ। ਦੋ ਲਾਈਨਾਂ ਜੀ। ਉਸ ਤੋਂ ਬਾਅਦ ਮੈਂ ਕੋਈ ਦਾਰਸ਼ਨਿਕ ਨਹੀਂ ਗਾ ਜੀ, ਮੈਂ ਕੋਈ ਮਹਾਂਪੁਰਸ਼ ਨਹੀਂ ਗਾ, ਮੈਂ ਮਾੜਾ ਮੋਟਾ ਜੋ ਕਿਤੋਂ ਪੜ੍ਹਿਆ ਲਿਖਿਆ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ ਵੀ ਰੱਖ ਕੇ ਕੇਸ ਦਾੜੀ ਤੇ ਪੱਗ ਬੰਨ੍ਹ ਕੇ ਨਸ਼ਾ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਅੱਛਾ ਜੀ। ਰੱਖ ਕੇ ਕੇਸ ਦਾੜੀ ਤੇ ਪੱਗ ਬੰਨ੍ਹ ਕੇ ਨਸ਼ਾ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਇੱਕ ਹੱਥ ਪੈਗ ਨੂੰ ਦੂਜੇ ਮੀਟ ਫੜ ਕੇ ਅਯਾਸ਼ੀ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਸੋ ਰੱਬ ਦੀ ਥੀ ਝੂਠ ਗੱਲ ਤੇ ਬਦੀਆਂ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਭੀਖ ਮੰਗਣੀ ਦਰ ਦਰ ਜਾ ਕੇ ਤੇ ਦਇਆ ਨਾ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਦਇਆ ਨਾ ਕਰਨ, ਪੈਰੀ ਤਗੜੇ ਜੇ ਤੇ ਪੱਗ ਰੱਖ ਦੇਣੀ। ਅਸੀਂ ਕਹਿੰਦੇ ਉਦੋਂ ਪੈਰੀ ਪੈ ਗਿਆ ਫਲਾਣੇ ਜਥੇਦਾਰ ਦੇ ਪੈਰੀ ਪੈ ਗਏ ਜੀ, ਫਲਾਣੇ ਉਹਦੇ ਪੈਰੀ ਪੈ ਗਏ, ਫਲਾਣਾ ਉਹਦੇ ਪੈਰੀ ਪੈ ਗਏ, ਮੋਦੀ ਸਾਹਿਬ ਦੇ ਪੈਰੀ ਪੈ ਗਏ ਜਾਂ ਉਹਦੇ ਪੈ ਗਏ। ਹੁਣ ਉਹਨਾਂ ਦੀ ਉਹ ਵੀ ਇਸ ਕੈਟਾਗਰੀ 'ਚ ਨਹੀਂ ਆ ਸਕਦੀ। ਪੈਰੀ ਤਗੜੇ ਦੀ ਪੱਗ ਰੱਖ ਕੇ ਤੇ ਮਾੜੇ ਉੱਤੇ ਚੜ੍ਹਨ ਵਾਲਾ ਸਿੱਖ ਨਹੀਂ ਹੋ ਸਕਦਾ। ਮੈਂ ਮੇਰੀ ਇਨਸਾਨ ਦੀ ਫਿਦਰਤ, ਅਸੀਂ ਕਹਿੰਦੇ ਕਿ ਹਰ ਬੰਦੇ ਨੂੰ ਮੈਂ ਮੇਰੀ ਹੁੰਦੀ ਹੈ। ਮੈਂ ਮੇਰੀ ਇਨਸਾਨ ਦੀ ਫਿਦਰਤ, ਪਰ ਲੁੱਟਾਂ ਖੋਹਾਂ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਧੀਆਂ ਭੈਣਾਂ ਦੇ ਨਾਲ ਕਰੇ ਛੇੜਖਾਨੀ ਤੇ ਧੱਕੇ ਬਲਾਤਕਾਰ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਕਿਰਤ ਕਰੋ ਤੇ ਵੰਡ ਛਕੋ, ਜਿਹੜੀ ਤੁਸੀਂ ਨੇ ਬਾਬਾ ਜੀ ਦੀ ਗੱਲ ਦੱਸੀ ਸੀ, ਕਿਰਤ ਕਰੋ ਤੇ ਵੰਡ ਛਕੋ, ਪਰ ਵਿਹਲੜੋ ਕੰਮੋਂ ਡਰਨ ਵਾਲਾ ਸਿੱਖ ਨਹੀਂ ਹੋ ਸਕਦਾ। ਜਿਹੜੇ ਤੁਸੀਂ ਜਿਹੜੇ ਗੋਗੜ ਵਾਲੇ ਬਾਬਿਆਂ ਨੂੰ ਕਣਕਾਂ ਦੇਈ ਜਾਂਦੇ ਜੇ, ਤੇ ਜੇ ਦੇਈ ਜਾਂਦੇ, ਉਹ ਦੇਈ ਜਾਂਦੇ ਜੇ, ਵਿਹਲੜੋ ਕੰਮੋਂ ਡਰਨ ਵਾਲਾ ਸਿੱਖ ਨਹੀਂ ਹੋ ਸਕਦਾ। ਪਰਿਵਾਰ, ਪਿਆਰ, ਸੰਸਕਾਰ, ਇਹ ਤਿੰਨ ਚੀਜ਼ਾਂ ਨੇ ਜੀ ਦੁਨੀਆ 'ਚ। ਇੱਕ ਪਰਿਵਾਰ ਆ, ਇੱਕ ਪਿਆਰ ਆ ਜਿਹੜਾ ਤੁਸੀਂ ਹਰ ਇੱਕ ਨਾਲ ਬਣ ਸਕਦੇ ਜੀ, ਸੰਸਕਾਰ ਜਿਹੜੇ ਅਸੀਂ ਹੁਣੇ ਗੱਲ ਕਰ ਰਹੇ ਹਾਂ ਵੀ ਆਪਾਂ ਸਾਰਿਆਂ ਨਾਲ ਕਿਵੇਂ ਵਰਤਾਵ ਕਰਦੇ ਹਾਂ। ਛੱਡ ਕੇ ਮਰਨ ਵਾਲਾ ਸਿੱਖ ਨਹੀਂ ਹੋ ਸਕਦਾ। ਬਲ ਜ਼ੁਲਮ ਸਹਿਣਾ ਜਾਂ ਮਾੜੇ ਤੇ ਜ਼ੁਲਮ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਬਹੁਤ ਖੂਬ, ਬੜੀ ਵਧੀਆ ਗੱਲ ਕੀਤੀ। ਸਿੱਖ ਦੀ ਵਿਆਖਿਆ ਕੀਤੀ, ਸਿੱਖ ਦੀ ਪਰਿਭਾਸ਼ਾ ਦੱਸੀ ਕੀ ਹੈ। ਨਹੀਂ, ਇਹ ਦੱਸਣਾ ਨਹੀਂ ਹੋ ਸਕਦਾ। ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅੱਜ ਬੱਲ ਸਾਹਿਬ ਘਰੋਂ ਧਾਰ ਕੇ ਆਏ ਸੀ ਸਟੂਡੀਓ ਆਉਣ ਤੋਂ ਪਹਿਲਾਂ, ਕਿ ਅੱਜ ਮਿਰਚਾਂ ਦੀ ਬੁੱਕ ਭਰ ਕੇ ਲਿਆਂਦੀ ਹੈ ਨਾਲ, ਤੇ ਗੱਲਾਂ ਸੱਚੀਆਂ ਭਾਵੇਂ ਕੌੜੀਆਂ ਲੱਗਣੀਆਂ, ਸੱਚੀਆਂ ਗੱਲਾਂ ਜਿਹੜੀਆਂ ਉਹ ਹੁੰਦੀਆਂ ਵੀ ਕੌੜੀਆਂ ਹੀ ਆ ਜੀ। ਸੱਚ ਕਹਿੰਦੇ ਮਿੱਠਾ ਨਹੀਂ ਹੋ ਸਕਦਾ ਕਦੇ। ਨਹੀਂ, ਮੇਰੇ ਵਰਗਾ ਬੰਦਾ ਸੀ ਨਾ ਜੀ, ਉਹ ਚਲੋ 1 ਮਿੰਟ ਮੈਂ ਤੁਹਾਡਾ ਲਵਾਂਗਾ।
ਤੇ ਉਹ ਹਰ ਮੱਸਿਆ ਤੇ ਕਿਤੇ ਸਿਰ ਪੜਵਾ ਲੈਣਾ, ਕਿਤੇ ਆ ਪਾਸਾ ਸਲਾ ਲੈਣਾ ਕੁਝ। ਤੇ ਉਹਦੇ ਨਾਲ ਦੀ ਇੱਕ ਦਿਨ ਵੈਸੇ ਪੁੱਛਦੀ ਵੀ ਮੱਸਿਆ ਕਿੱਦਣ ਆ, ਕਹਿੰਦਾ ਤੈਨੂੰ ਆਪੇ ਪਤਾ ਲੱਗ ਜਾਣਾ ਜਿੱਦਣ ਮੈਂ ਕੋਈ ਨਾ ਕੁਛ ਲਾ ਕੇ ਆਇਆ। ਇਹ ਕਰਕੇ ਮਿਹਰ ਕਰਿਓ ਮਹਾਰਾਜ ਜੀ, ਇਹ ਤਾਂ ਵੈਸੇ ਆਤਾਂ ਆਪਣੀਆਂ। ਜਦੋਂ ਚੰਨ ਚੜ ਗਿਆ ਪਤਾ ਲੱਗ ਜਾਣਾ ਮੱਸਿਆ ਕਿੱਦਣ। ਠੀਕ ਹੈ ਜੀ, ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਬੜਾ ਪਿਆਰ ਦਿੰਦੇ ਹੋ ਔਰ ਸਾਡੀਆਂ ਇਹ ਕਮਲੀਆਂ ਰਮਲੀਆਂ ਗੱਲਾਂ ਵੀ ਸੁਣਦੇ ਹੋ। ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਉਹ ਗੱਲਾਂ ਤੁਹਾਡੇ ਨਾਲ ਕਰੀਏ, ਉਹ ਸਾਂਝੀਆਂ ਗੱਲਾਂ ਕਰੀਏ ਜਿਨ੍ਹਾਂ ਦਾ ਸਿੱਧਾ ਵਾਸਤਾ, ਸਿੱਧਾ ਸਰੋਕਾਰ ਸਾਡਾ ਪੰਜਾਬੀਆਂ ਨਾਲ ਹੈਗਾ। ਪੰਜਾਬੀਆਂ ਦੀਆਂ ਬਹੁਤ ਸਾਰੀਆਂ ਗੱਲਾਂ ਅੱਜ ਅਸੀਂ ਖੋਲ੍ਹੀਆਂ, ਛੇੜੀਆਂ। ਇਹਦੇ ਉੱਤੇ ਤੁਹਾਡੀ ਟਿੱਪਣੀ ਦੀ ਉਡੀਕ ਰਹੂਗੀ। ਇਹ ਪ੍ਰੋਗਰਾਮ ਤੁਸੀਂ ਵਾਇਸ ਆਫ ਇੰਡੀਆ ਤੋਂ ਬਾਰ-ਬਾਰ ਵੇਖਦੇ ਹੋ, ਭਾਵੇਂ ਅਸੀਂ ਸੈਚਰਡੇ ਨੂੰ ਵੀਕਐਂਡ 'ਤੇ ਪ੍ਰੋਗਰਾਮ ਸਟੂਡੀਓ ਦੇ ਵਿੱਚ ਬੈਠ ਕੇ ਰਿਕਾਰਡ ਕਰਦੇ ਹਾਂ, ਨਾਲ ਵੀ ਚੱਲਦਾ। ਪੂਰਾ ਹਫਤਾ ਤੁਸੀਂ ਵੇਖਦੇ ਹੋ, ਫੇਸਬੁੱਕ 'ਤੇ ਵੀ ਆ ਰਿਹਾ ਔਰ YouTube 'ਤੇ ਵੀ। ਆਪਣੇ ਕਮੈਂਟਸ ਤੁਸੀਂ ਫੇਸਬੁੱਕ 'ਤੇ ਵੀ ਦੇ ਸਕਦੇ ਹੋ, YouTube 'ਤੇ ਵੀ ਦੇ ਸਕਦੇ ਹੋ, ਖੁੱਲ੍ਹੀ ਛੁੱਟੀ ਹੈ। ਤੇ ਅਸੀਂ ਹਰ ਇੱਕ ਤੁਹਾਡੇ ਵਿਚਾਰ ਨੂੰ ਜੀਆਂ ਕਵਾਂਗੇ। ਤੁਸੀਂ ਦੱਸੋ ਅਸੀਂ ਕੀ ਠੀਕ ਕਰਦੇ ਹਾਂ ਤੇ ਕੀ ਗਲਤ ਕਰਦੇ ਹਾਂ। ਗਲਤੀਆਂ ਸੁਧਾਰਨ ਦੇ ਲਈ ਹਮੇਸ਼ਾ ਸਾਡੀ ਵਚਨਬੱਧਤਾ। ਬਾਲ ਸਾਹਿਬ, ਜਾਂਦੇ ਜਾਂਦੇ ਕੋਈ ਸੁਨੇਹਾ ਦੇਣਾ ਕਿ ਸਤਿ ਸ਼੍ਰੀ ਅਕਾਲ ਕਹੀਏ? ਮਿਹਰਬਾਨੀ ਜੀ, ਬਹੁਤ ਧੰਨਵਾਦ। ਕਿਉਂਕਿ ਜਿਵੇਂ ਮੈਂ ਹੁਣੇ ਗੱਲ ਕੀਤੀ ਸੀ ਕਿ ਭਾਜੀ ਨੇ ਕਹਿਤਾ ਮਿਰਚਾਂ ਵੰਡ ਰਹੇ ਨੇ, ਮਿਰਚਾਂ ਮੁਰਚਾਂ ਕੋਈ ਨਹੀਂ ਜੀ, ਕਿ ਦੁਸ਼ਮਣਾਂ ਦਾ ਕਹਿਣਾ ਸੀ ਪਰ ਸੱਜਣ ਵੀ ਹੱਸ ਕੇ ਕਹਿ ਗਏ ਨੇ। ਤੇ ਹੁਣ ਤਾਂ ਕਹਿੰਦੇ ਬਾਲ ਹੋਣੀ ਬਸ ਗੱਲਾਂ ਜੋਗੇ ਰਹਿ ਗਏ ਨੇ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਇਹ ਪ੍ਰੋਗਰਾਮ ਬਾਰ-ਬਾਰ ਵੇਖਦੇ ਹੋ ਔਰ ਆਪਣੇ ਕਮੈਂਟਸ ਦਿਓ। ਤੁਹਾਡੇ ਸਾਰੇ ਕਮੈਂਟਸ ਨੂੰ ਅਸੀਂ ਜੀ ਆ ਕਹਿੰਦੇ। ਥੈਂਕ ਯੂ ਵੈਰੀ ਮਚ। ਮਿਹਰਬਾਨੀ।